ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ बड़े ही सत्कार सहित संध्या के दीवाना विच आप जी जुड़ बैठे हो। भागां भरिया अवसर प्राप्त होया। आओ इस समय नूं गुरु चरनां विच जुड़ के सफला बनाइए। चल रहे इतिहास के पावन प्रवाहां विचों आप जी ने सरवण कीता सी दीन दुनिया के मालक गुरु नानक साहब सच्चे पातशाह जी जिन्हां दे खुशियां भरे शगन नूं मनाउण दे वास्ते सारा ही परिवार नानके परिवार दे समेत चल करके सुल्तानपुर लोधी दी पावन धरती ते पहुंचे है। पिता जी नूं चलदे वक्त राय बुलार जी ने सिक्ख्या दित्ती सी, वेखियो किते शगना दे रंग विच जाके कोई कलेश ना करे। पर पिता जी बार बार एको गल करते ने, मैं अपने पुत दे शगन विच चलिया, खुशियां मनावांगा, खूब माया खर्चा। इन्हां सारे प्रकरणां नूं आप जी ने विस्तार सहित सरवण कीता है। आओ कुछ समा मन चित व्यक्तियां नूं एकाग्र चित बनाइए। पाओ प्रेम दी सांझ, बख्शो आसीस, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा गत दानी बूझत भये, पन्हो जनिक समझाई। तन आनाम मन आनंद है, तलवंडी मेराई। निरंकार परमात्मा गुरु नानक साहिब जदों मोदी खाने तो चल के घर आए ने, पिता जी दे नाल मिलन होया। सब तो पहला बचन उन्होंने अपनी रसना तो आखिया, बापू जी तुसी राय भोए दी तलवंडी तो चल के आए हो, उथों दे राजा राय बुलार साहिब किवें खैरियत नहीं दसी।
ਸੁਖ ਸਾਂਝ ਨਹੀਂ ਦੱਸੀ। ਆਪ ਮੇਰੇ ਪਾਤਸ਼ਾਹ ਨੇ ਆਪਣੀ ਸੁਭਾਵਿਕ ਰਸਨਾ ਤੋਂ ਰਾਜਾ ਰਾਏ ਬੁਲਾਰ ਦੇ ਤਾਈ ਇਹ ਜਦੋਂ ਬਚਨ ਆਖੇ, ਪਿਤਾ ਜੀ ਇੱਕਦਮ ਸਤਰਕ ਹੋ ਗਏ, ਸਾਵਧਾਨ ਹੋ ਗਏ। ਆਖਣ ਲੱਗੇ, ਪੁੱਤਰ ਮੈਨੂੰ ਵਿਸਰ ਗਿਆ ਸੀ, ਮੈਨੂੰ ਚੇਤਾ ਹੀ ਰਿਹਾ ਨਹੀਂ। ਚੋਪਈ ਕਾਲੂ ਕਰਤ ਭਇਓ ਸੁਣ ਤਾਤਾ, ਬਿਸਰ ਗਈ ਥੀ ਔਰ ਤੇ ਬਤਾ। ਪਿਤਾ ਕਲਿਆਣ ਚੰਦ ਆਪਣੇ ਪੁੱਤਰ ਨੂੰ ਆਖਣ ਲੱਗੇ, ਪੁੱਤ ਮਾਫ ਕਰੀ, ਮੇਰੇ ਦਿਲ ਔਰ ਦਿਮਾਗ ਦੇ ਵਿੱਚੋਂ ਇਹ ਗੱਲ ਵਿਸਰ ਗਈ ਸੀ ਖੁਸ਼ੀਆਂ ਖੁਸ਼ੀਆਂ ਵਿੱਚ। ਉਹ ਯਾਰ ਉੱਪਰਲਾ ਚਲਾਣੇ ਯਾਰ ਬੰਦਾ ਚੱਲ ਹੀ ਨਹੀਂ ਰਿਹਾ, ਇਹ ਸਾਰਾ ਹੀ ਖਰਾਬ ਹੋ ਗਿਆ। ਸਾਰਾ ਪਿੱਛੋਂ ਸਿਰ ਲਾ ਪਰਲਾ ਨਾਲ ਵਾਲਾ ਯਾਰ। ਖੁਸ਼ੀਆਂ ਦੇ ਵਿੱਚ ਮੈਨੂੰ ਯਾਦ ਹੀ ਨਾ ਰਿਹਾ, ਰਾਏ ਬੁਲਾਰ ਜੀ ਨੇ ਤੇਰੇ ਤਾਈਂ ਸੁਨੇਹਾ ਭੇਜਿਆ। ਪਿਤਾ ਦੀ ਇਸ ਗੱਲ ਦੀ ਗੁਸਤਾਖੀ ਮਾਫੀ ਮੰਗਦੇ ਨੇ, ਕਿਉਂਕਿ ਰਾਏ ਬੁਲਾਰ ਜੀ ਨੇ ਪਹਿਲਾਂ ਹੀ ਕਿਹਾ ਸੀ ਵੀ ਜਾਣਸਾਰ ਸਤਿਗੁਰਾਂ ਦੇ ਚਰਨਾਂ ਵਿੱਚ ਮੇਰੀ ਬੰਦਨਾ ਕਰਦੇ ਹੋ, ਮੇਰੀ ਅਰਦਾਸ ਕਰਿਓ। ਤੁਮ ਕਰਵਾਏ ਦਿਓ ਮੋਹਿ ਜਦੂ, ਸਭੈ ਕੁਸ਼ਲ ਤਹਿ ਪ੍ਰਭੂ ਪ੍ਰਸਾਦੂ। ਪੁੱਤਰ ਜੀ ਉਹ ਰਾਜੀ ਖੁਸ਼ੀ ਨੇ, ਸਭ ਖੈਰੀਅਤ ਹੈ, ਮੰਗਲ ਕੁਸ਼ਲ ਹੈ। ਤੇਰੇ ਵਾਸਤੇ ਉਹਨਾਂ ਨੇ ਤੋਹਫੇ ਭੇਜੇ, ਬੜਾ ਯਾਦ ਕਰਦੇ ਸੀ ਤੈਨੂੰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਰਾਏ ਬੁਲਾਰ ਜੀ ਦਾ ਸੁਨੇਹਾ ਸੁਣਿਆ, ਅੱਖਾਂ ਨਮ ਹੋ ਗਈਆਂ, ਮਨ ਭਰ ਆਇਆ, ਕਿਉਂਕਿ ਬੰਦਗੀ ਦੀ ਮੂਰਤ ਨੇ ਰਾਏ ਬੁਲਾਰ ਸਾਹਿਬ ਨਿਤ ਸਤਿਗੁਰਾਂ ਦੇ ਧਿਆਨ ਵਿੱਚ ਜੁੜਦੇ ਨੇ, ਨਿਤ ਇਹਨਾਂ ਦਾ ਚੇਤਾ ਰੱਖਦੇ ਨੇ, ਹਰ ਵੇਲੇ ਉਹਨਾਂ ਦੇ ਨੇਤਰ ਭਿੱਜੇ ਰਹਿੰਦੇ ਨੇ, ਕਿਉਂਕਿ ਪ੍ਰੇਮ ਇੰਨਾ ਕਰਦੇ ਆ। ਤੇ ਜੇ ਪ੍ਰੇਮ ਸੱਚਾ ਸੀ ਤੇ ਰੱਬ ਵੀ ਪੁੱਛਦਾ, ਪਰਮਾਤਮਾ ਵੀ ਪੁੱਛਦਾ, ਸਾਰਾ ਸੰਸਾਰ ਉਸ ਰੱਬ ਨੂੰ ਚੇਤੇ ਕਰਦਾ ਹੈ। ਉਹ ਵਿਰਲੇ ਨੇ ਦੁਨੀਆ ਤੇ ਜਿਨ੍ਹਾਂ ਨੂੰ ਰੱਬ ਵੀ ਚੇਤੇ ਕਰਦਾ। ਆਖੋ ਸਤਿਨਾਮ। ਥੋੜੇ ਨੇ ਜਿਨ੍ਹਾਂ ਨੂੰ ਸਤਿਗੁਰ ਕਹਿੰਦੇ ਨੇ ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜੇ ਜੀਤ, ਜਿਨ੍ਹਾਂ ਦਾ ਚਿੱਤ ਨਾਰਾਇਣ ਪਤੀ ਪਰਮੇਸ਼ਰ ਨਾਲ ਜੁੜਿਆ, ਉਹ ਥੋੜੇ ਨੇ, ਕਿਉਂਕਿ ਉਸ ਪ੍ਰਭੂ ਦਾ ਚਿੱਤ ਵੀ ਉਹਨਾਂ ਨਾਲ ਜੁੜਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਜੇ ਕਿਸੇ ਦਾ ਹਾਲ ਪੁੱਛਿਆ ਤੇ ਉਹ ਰਾਏ ਬੁਲਾਰ ਨੇ, ਤੇ ਪਿਤਾ ਨੇ ਖੁਸ਼ੀ ਦੇ ਨਾਲ ਸਾਰੀਆਂ ਗੱਲਾਂ ਦੱਸੀਆਂ। ਪੁੱਤ ਆਉਂਦੇ ਹੋਏ ਮਿਲ ਕੇ ਆਏ ਸੀ, ਬੇਗਮ ਖੋਖਰ ਉਹ ਵੀ ਤੁਹਾਡੇ ਗੁਣਾਂ ਨੂੰ ਚੇਤੇ ਕਰ ਰਹੀ ਹੈ। ਪਿਤਾ ਜੀ ਖੁਸ਼ੀ ਖੁਸ਼ੀ ਦੇ ਵਿੱਚ ਸਭ ਕੁਝ ਦੱਸਦੇ ਹਨ। ਪਰਮ ਪ੍ਰੇਮ ਸੋ ਤਹਿ ਮਤ ਪੂਰੀ, ਕਰੀ ਬੰਦਗੀ ਤੁਮ ਸੋ ਪੂਰੀ। ਉਹਨਾਂ ਦੀ ਬੰਦਗੀ ਹੈ, ਅਰਦਾਸ ਹੈ, ਤੁਹਾਡੇ ਚਰਨਾਂ ਵਿੱਚ ਕਿਰਪਾ ਕਰਕੇ ਦੀਦਾਰ ਬਖਸ਼ਿਓ। ਕੁਛ ਨਹੀਂ ਮੰਗਿਆ ਰਾਏ ਬੁਲਾਰ ਜੀ ਨੇ, ਇੱਕੋ ਹੀ ਚੀਜ਼ ਮੰਗਦੇ ਸੀ, ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬਹੁ ਅਨੰਦ ਨੀਂਦ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਪਾਤਸ਼ਾਹ ਦੀਦਾਰ ਦੇ ਦਿਓ, ਕਦੇ ਫੇਰੀ ਪਾ ਦਿਓ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਨਗਰ ਵੱਲ ਮੁਖ ਕਰਕੇ ਸੀਸ ਨਵਾਇਆ, ਬੰਦਨਾ ਕੀਤੀ, ਪ੍ਰੇਮ ਦਾ ਉਪਦੇਸ਼, ਪ੍ਰੇਮ ਦਾ ਜਵਾਬ ਸੀਸ ਨਵਾ ਕੇ ਪ੍ਰੇਮ ਵਿੱਚ ਦਿੱਤਾ ਏ। ਕਹਿਓ ਪ੍ਰੀਤ ਸੋ ਤਬ ਪਦ ਦਰਪਸਨ, ਜਿਸ ਕੋ ਲਾਲਸ ਨਿਸ ਦਿਨ ਦਰਸ਼ਨ। ਤੇ ਪਿਤਾ ਵੀ ਅੱਜ ਬੜੇ ਪ੍ਰੇਮ ਵਿੱਚ ਦੱਸਦੇ ਆ, ਕਹਿੰਦੇ ਪੁੱਤ ਮੈਂ ਵੇਖਿਆ ਰਾਏ ਬੁਲਾਰ ਦੇ ਅੰਦਰ ਇੱਕੋ ਹੀ ਇੱਕ ਲਾਲਸਾ ਤੈਨੂੰ ਮਿਲਣ ਦੀ। ਅੱਜ ਇੰਨੀਆਂ ਭਿੱਜੀਆਂ ਗੱਲਾਂ ਪਿਤਾ ਕਿਉਂ ਕਰਦੇ ਨੇ? ਕਿਉਂਕਿ ਖੁਸ਼ੀ ਹੈ। ਜਿੱਦਣ ਅਸੀਂ ਖੁਸ਼ ਹੁੰਦੇ ਆ ਨਾ, ਸਾਨੂੰ ਜੱਗ ਹੱਸਦਾ ਲੱਗਦਾ ਹੈ, ਜ਼ਮਾਨਾ ਖੁਸ਼ ਲੱਗਦਾ ਹੈ, ਦੁਨੀਆ ਬੜੀ ਚੰਗੀ ਚੰਗੀ ਲੱਗਦੀ ਹੈ। ਜਿੱਦਣ ਆਪਣਾ ਮਨ ਉਦਾਸ ਹੋਵੇ, ਮਨ ਦੁਖੀ ਹੋਵੇ, ਸਾਹਮਣੇ ਬੈਠਾ ਕੋਈ ਖੁਸ਼ੀ ਵਿੱਚ ਵੀ ਹੱਸਦਾ ਹੋਵੇ, ਉਹ ਵੀ ਬੁਰਾ ਹੀ ਲੱਗਦਾ, ਦੁਖੀ ਲੱਗਦਾ ਹੈ, ਹਰ ਚਿਹਰਾ ਦੁਖੀ ਲੱਗੇਗਾ। ਹੁਣ ਪਿਤਾ ਜੀ ਖੁਸ਼ ਨੇ,
ਖੁਸ਼ੀਆਂ ਦੇ ਵਿੱਚ ਨੇ, ਇਸ ਕਰਕੇ ਬੜੀਆਂ ਖੁਸ਼ੀਆਂ ਦੀਆਂ ਗੱਲਾਂ ਕਰਦੇ। ਅੱਜ ਤੱਕ ਤੇ ਰਾਏ ਬੁਲਾਰ ਨੂੰ ਇਹੀ ਕਹਿੰਦੇ ਸੀ, ਮੇਰੇ ਪੁੱਤ ਨੂੰ ਸਿੱਖਿਆ ਦੇਣ ਵਾਲਾ ਇਹੀ ਹੈ। ਜੇ ਮੇਰਾ ਪੁੱਤ ਮਾੜਾ ਮੋਟਾ ਕੋਈ ਕੰਮ ਕਰਨਾ ਚਾਹੁੰਦਾ ਤੇ ਰਾਏ ਬੁਲਾਰ ਨਹੀਂ ਕਰਨ ਦਿੰਦਾ, ਕਹਿ ਦਿੰਦਾ ਕੋਈ ਗੱਲ ਨਹੀਂ ਮਾਇਆ ਮੇਰੇ ਘਰੋਂ ਲੈ ਲਿਓ, ਕਹਿੰਦੀ ਨਹੀਂ ਪੱਟਿਆ। ਪਰ ਹੁਣ ਸੱਚਮੁੱਚ ਉਹ ਤਾਰੀਫ ਕਰਦੇ ਨੇ, ਮਹਿਮਾ ਕਰਦੇ ਨੇ। ਪਹਿਲੀ ਵਾਰ ਕਲਿਆਣ ਚੰਦ ਜੀ ਦਿਲ ਤੋਂ ਰਾਏ ਬੁਲਾਰ ਜੀ ਦੀ ਅੱਜ ਸਿਫਤ ਗਾਉਂਦੇ ਨੇ। ਸੁਣ ਸੰਦੇਸ਼ ਤ੍ਰਿਆ ਉਠੇ ਬਹੋਰੀ, ਗਏ ਮਾਤ ਟਿਕ ਗਏ ਕਰ ਜੋਰੀ। ਪਿਤਾ ਜੀ ਦੇ ਨਾਲ ਖੈਰੀਅਤ ਦੀਆਂ ਗੱਲਾਂ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੁਣ ਉਸ ਪਾਸੇ ਆ ਗਏ ਜਿੱਧਰ ਮਾਤਾ ਜੀ ਬੈਠੇ ਸੀ, ਭੈਣ ਜੀ ਦੇ ਕੋਲ। ਮਾਂ ਤ੍ਰਿਪਤਾ ਨੇ ਆਪਣੇ ਪੁੱਤ ਨੂੰ ਆਉਂਦਿਆਂ ਵੇਖਿਆ ਨਾ ਤੇ ਚਾਹ ਨਾ ਚੱਕਿਆ ਜਾਵੇ, ਮਾਂ ਉੱਠ ਪਏ, ਅੱਖਾਂ ਭਰੀਆਂ ਹੋਈਆਂ। ਬੜੇ ਲੰਮੇ ਸਮੇਂ ਬਾਅਦ ਜਿੱਦਣ ਤੋਂ ਗੁਰੂ ਸਾਹਿਬ ਨੇ ਘਰ ਛੱਡਿਆ, ਅੱਜ ਪਹਿਲੀ ਤੱਕਣੀ ਵਿੱਚ ਮਾਂ ਪੁੱਤ ਨੂੰ ਵੇਖ ਰਹੀ ਹੈ। ਪੁੱਤ ਵੀ ਕੋਈ ਸੰਸਾਰੀ ਨਹੀਂ, ਰੱਬੀ ਨੂਰ ਹੈ। ਵੇਖ ਕੇ ਮਾਂ ਰੁਕ ਗਈ, ਨੇਤਰ ਭਰ ਸਤਿਗੁਰਾਂ ਨੂੰ ਤੱਕਿਆ, ਅੱਖਾਂ ਵਿੱਚੋਂ ਹੰਝੂ ਛਲਕ ਗਏ। ਧਰਿਓ ਜੁਗਲ ਦਰਸ਼ਨ ਪਰਮਾਤਮਾ, ਕੰਠ ਲਗਾਈ ਪੁਜ ਗਏ ਹੱਥਾ। ਪਰਮੇਸ਼ਵਰ ਪਿਆਰੇ ਪ੍ਰੀਤਮ ਸਤਿਗੁਰ ਨੇ ਮਾਤਾ ਜੀ ਦੇ ਚਰਨਾਂ ਤੇ ਆਪਣਾ ਮਸਤਕ ਮੱਥਾ ਰੱਖ ਦਿੱਤਾ। 5-7 ਮਿੰਟ ਮਾਂ ਦੇ ਚਰਨਾਂ ਤੋਂ ਸਤਿਗੁਰਾਂ ਨੇ ਸਿਰ ਨਹੀਂ ਝੁਕਿਆ। ਕਿੰਨਾ ਅਦਬ ਸਿਖਾਉਂਦੇ ਆ ਗੁਰੂ ਸਾਹਿਬ। ਪਰਮੇਸ਼ਵਰ ਹੋ ਕੇ ਵੀ ਮਾਪਿਆਂ ਦੀ ਇੰਨੀ ਰਿਸਪੈਕਟ, ਇੰਨੀ ਇੱਜ਼ਤ, ਇੰਨਾ ਸਤਿਕਾਰ। ਉਹ ਮੇਰੇ ਵਰਗਾ 4 ਦਿਨ ਗੁਰਦੁਆਰੇ ਮੱਥਾ ਟੇਕਣ ਲੱਗ ਜੀ, ਉਹ ਕਹਿੰਦਾ ਲੈ ਮਾਂ ਬਾਪ ਕੀ ਨੇ ਬਈ, ਮੈਂ ਤੇ ਪਾਠੀ ਬਹੁਤ ਵੱਡਾ, ਮੈਨੂੰ ਤੇ ਦੁਨੀਆ ਮੱਥਾ ਟੇਕਦੀ ਆ, ਲੋਕ ਮੇਰਾ ਸਤਿਕਾਰ ਕਰਦੇ ਆ, ਮੈਂ ਮਾਂ ਬਾਪ ਤੋਂ ਕੀ ਲੈਣਾ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਾਂ ਤ੍ਰਿਪਤਾ ਦੇ ਚਰਨਾਂ ਤੇ ਸਿਰ ਰੱਖਿਆ, ਚਰਨ ਚੁੰਮ ਲਏ ਮਾਂ ਦੇ। ਐਵੇਂ ਨਹੀਂ ਦੁਨੀਆ ਕਹਿੰਦੀ ਮਾਂ ਦੇ ਪੈਰਾਂ ਵਿੱਚ ਸਵਰਗ ਹੈ। ਜਦੋਂ ਨਮਸਕਾਰ ਕੀਤੀ, ਮਾਂ ਕਹਿੰਦੀ ਪੁੱਤ ਤੇਰੀ ਥਾਂ ਇੱਥੇ ਨਹੀਂ, ਉੱਠ ਕਾਲਜੇ ਲੱਗ। ਕਿਉਂਕਿ ਅੱਜ ਤਕਰੀਬਨ 1.5 ਸਾਲ ਦਾ ਸਮਾਂ ਹੋ ਗਿਆ ਗੁਰੂ ਨਾਨਕ ਸਾਹਿਬ ਜੀਆਂ ਨੂੰ ਸੁਲਤਾਨਪੁਰ ਲੋਧੀ ਆਇਆ। ਮਾਂ ਤ੍ਰਿਪਤਾ ਨੇ ਉਸ ਸਮੇਂ ਤੋਂ ਵਿਛੜਿਆ ਅੱਜ ਪੁੱਤ ਦੇ ਦੀਦਾਰ ਕੀਤੇ। ਬੇਸ਼ੱਕ ਪਿਤਾ ਜੀ ਤੇ ਸਤਿਗੁਰ ਮਾਇਆ ਪ੍ਰੇਰ ਕੇ ਰੱਖਦੇ ਨੇ, ਉਹ ਕਦੇ ਆਪਣੇ ਪੁੱਤ ਨੂੰ ਰੱਬ ਨਹੀਂ ਸਮਝਦੇ। ਉਹ ਕਹਿੰਦੇ ਸੀ ਮੇਰਾ ਪੁੱਤ ਵਿਹਲਾ ਹੈ, ਕਿਸੇ ਕੰਮ ਦਾ ਨਹੀਂ, ਇਹ ਘਰੇ ਵੀ ਇਦਾਂ ਹੀ ਰਹਿੰਦਾ, ਇੱਥੇ ਵੀ ਇਹਨੇ ਕੁਛ ਨਹੀਂ ਕਰਨਾ। ਪਿਤਾ ਮਾੜੇ ਨਹੀਂ ਹੁੰਦੇ, ਸਤਿਗੁਰ ਦੀ ਮਾਇਆ ਪ੍ਰੇਰੀ। ਪਰ ਮਾਂ ਤ੍ਰਿਪਤਾ ਜਿਸ ਦਿਨ ਤੋਂ ਸਤਿਗੁਰਾਂ ਦੇ ਪਿਤਾ ਜੀ ਨੇ ਥੱਪੜ ਮਾਰ ਦਿੱਤਾ ਸੀ, ਮਾਂ ਨੇ ਪ੍ਰਣ ਕੀਤਾ ਸੀ, ਅੱਜ ਤੋਂ ਬਾਅਦ ਮੈਂ ਆਪਣੇ ਪੁੱਤ ਵੱਲ ਕਿਸੇ ਦੀ ਉਂਗਲ ਵੀ ਨਹੀਂ ਹੋਣ ਦੇਵਾਂਗੀ। ਉਸ ਦਿਨ ਸਮਝ ਆਇਆ ਸੀ ਪੁੱਤ ਨਿਰੰਕਾਰੀ ਹੈ। ਘੁੱਟ ਕੇ ਮਾਂ ਨੇ ਆਪਣੇ ਪੁੱਤ ਨੂੰ ਗਲ ਨਾਲ ਲਾਇਆ, ਅੱਖਾਂ ਭਰ ਆਈਆਂ, ਭੁੱਬਾ ਮਾਰ ਕੇ ਖੁਸ਼ੀ ਵਿੱਚ ਮਾਂ ਤ੍ਰਿਪਤਾ ਰੋਏ ਨੇ। ਸਜਲ ਬਿਲੋਚਨ ਆਸਨ ਪਾਤੀ, ਪਰ ਆਨੰਦ ਹੀ ਸੀਤਲ ਛਾਤੀ। ਮਾਂ ਰੋ ਕੇ ਆਖਣ ਲੱਗੀ ਪੁੱਤ ਅੱਜ ਕਾਲਜੇ ਠੰਡ ਪਈ ਹੈ, ਤੈਨੂੰ ਤੇ ਵੇਖਿਆ ਹੀ, ਤੇਰੀ ਦੀਦ ਕੀਤਿਆਂ ਬੜਾ ਲੰਮਾ ਸਮਾਂ ਹੋ ਗਿਆ ਸੀ। ਪੁੱਤ ਅੱਜ ਕਾਲਜੇ ਲੱਗਿਆ ਮੈਨੂੰ ਸ਼ਾਂਤੀ ਆ ਗਈ, ਭਾਵੇਂ ਮੇਰੀ ਜਿੰਦ ਨਿਕਲ ਜਾਏ, ਕੱਲ ਮੌਤ ਆਉਂਦੀ ਭਾਵੇਂ ਅੱਜ ਹੀ ਆ ਜਾਏ, ਬਸ ਤੇਰੇ ਦੀਦਾਰਾਂ ਦੀ ਆਸ ਸੀ ਪੁੱਤਰਾ। ਅੱਜ ਤੈਨੂੰ ਮਿਲ ਕੇ ਬੜਾ ਚੰਗਾ ਲੱਗਿਆ। ਕਹਿੰਦੀ ਮਾਂ ਨੇ ਜਦੋਂ ਪੁੱਤ ਨੂੰ ਗਲ ਨਾਲ ਲਾਇਆ ਤੇ ਮਾਂ ਭੁੱਬੀ ਹੋਵੇ। ਮੋਹ ਹੁੰਦਾ ਮਾਂ ਦਾ, ਪ੍ਰੇਮ ਹੁੰਦਾ ਮਾਂ ਦਾ, ਕਿਉਂਕਿ ਮਾਂ ਨੇ ਜਿਸ ਪੁੱਤ ਨੂੰ ਪਾਲ ਕੇ ਛੋਟੇ ਤੋਂ ਇੰਨਾ ਵੱਡਾ ਕੀਤਾ ਹੈ, ਕੋਈ ਮਾਂ ਦੀਆਂ ਤੇ ਆਂਦਰਾਂ ਹੁੰਦੀਆਂ ਨੇ। ਗੁਰੂ ਨਾਨਕ ਸਾਹਿਬ ਵਰਦੇ ਕਹਿੰਦੇ ਮਾਂ ਨਾ ਰੋ, ਇਹ ਰੋਣ ਦਾ ਸਮਾਂ ਨਹੀਂ ਹੈ। ਥਾਪੜਾ ਦੇ ਕੇ ਗੁਰੂ ਸਾਹਿਬ ਕਹਿੰਦੇ ਮਾਂ ਰੋਈਦਾ ਨਹੀਂ ਹੁੰਦਾ, ਤੁਸੀਂ ਤੇ ਸਾਨੂੰ ਇੰਨਾ ਦਲੇਰ ਬਣਾਇਆ। ਐਨੇ ਨੂੰ ਸਤਿਗੁਰਾਂ ਦੇ ਪਿਤਾ ਜੀ ਨੇੜੇ ਆ ਕੇ ਉਹ ਵੇਖ ਰਹੇ ਨੇ, ਕਿਉਂਕਿ ਪਿਤਾ ਜੀ ਪਹਿਲਾਂ ਵੀ ਮਿਲ ਕੇ ਜਾ ਚੁੱਕੇ। ਜਦੋਂ ਰੌਲਾ ਪਾਉਣ ਆਏ ਸੀ ਨਾ ਇੱਥੇ ਵੀ ਪੁੱਤ ਮੇਰਾ ਵਿਹਲਾ, ਰਿਸ਼ਤੇਦਾਰ ਮੇਰੇ ਮਾੜੇ, ਇਸ ਕਰਕੇ ਉਹਨਾਂ ਦਾ ਬਹੁਤਾ ਲਗਾਵ ਨਹੀਂ। ਪਿਤਾ ਸਾਰੇ ਥੋੜੇ ਜਿਹੇ ਹਾਰਡਨੈਸ ਵਾਲੇ ਹੁੰਦੇ ਆ, ਪਰ ਮਾਂ ਦੀਆਂ ਅੰਦਰਾਂ ਬਹੁਤ ਕਮਜ਼ੋਰ, ਬੜੀਆਂ ਨਿਮਾਣ ਵਾਲੀਆਂ ਹੁੰਦੀਆਂ ਨੇ। ਮਾਂ ਤ੍ਰਿਪਤਾ ਬਾਰ-ਬਾਰ ਰੋ ਕੇ ਆਪਣੇ ਪੁੱਤ ਨੂੰ ਨਾ ਛੱਡੇ, ਆਖੇ ਪੁੱਤ ਮੇਰਾ ਹੁਣ ਚਿੱਤ ਨਹੀਂ ਕਰਦਾ ਤੂੰ ਮੈਥੋਂ ਦੂਰ ਰਹੇ, ਮੈਂ ਚਾਹੁੰਦੀ ਆ ਤੂੰ ਮੇਰੇ ਨਾਲ ਰਾਏ ਭੋਏ ਦੀ ਤਲਵੰਡੀ ਆਵੇ। ਤਨਜ ਬਦਨ ਸਭ
ਬਿਲੋਕੀ ਉਤ ਸਭ ਸਮੇਂ ਜਾ ਬਿਅਸ ਰੁਕੀ। ਹੁਣ ਖੁਸ਼ੀਆਂ ਦਾ ਵੇਲਾ ਤੇ ਮਾਂ ਦੀਆਂ ਅੱਖਾਂ ਵਿੱਚ ਨੀਰ ਹੈ। ਕੱਲ ਵੀ ਬੇਨਤੀ ਕੀਤੀ ਸੀ, ਅੱਖਾਂ ਦੋਏ ਵਕਤ ਭਰਦੀਆਂ ਨੇ, ਬਹੁਤਾ ਦੁੱਖ ਹੋਵੇ ਤੇ ਹੋਵੇ ਬਹੁਤੀ ਖੁਸ਼ੀ। ਉਦੋਂ ਅੱਖਾਂ ਬੋਲਦੀਆਂ ਨੇ ਜਦੋਂ ਅਲਫਾਜ਼ ਮੁੱਕ ਜਾਂਦੇ ਨੇ। ਮਾਂ ਤ੍ਰਿਪਤਾ ਅਥਰੂ ਕੇਰ ਕੇਰ ਕੇ ਆਪਣੇ ਪੁੱਤ ਨੂੰ ਪ੍ਰੇਮ ਕਰੇ, ਕਦੇ ਮੁਖ ਚੁੰਮੇ, ਕਦੇ ਉਹਨਾਂ ਦੀਆਂ ਗੱਲਾਂ ਨੂੰ ਸਪਰਸ਼ ਕਰੇ। ਮਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਵੀ ਮੇਰਾ ਪੁੱਤਰ ਮੇਰੀਆਂ ਅੱਖਾਂ ਦੇ ਸਾਵੇ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਾਤਾ ਨੂੰ ਹੌਸਲਾ ਦਿੱਤਾ, ਮਾਤਾ ਜੀ ਰੋਵੋ ਨਾ, ਖੁਸ਼ੀਆਂ ਮਨਾਉਣ ਆਏ ਹੋ, ਖੁਸ਼ੀਆਂ ਦੇ ਵੇਲੇ ਖੁਸ਼ ਹੋਣਾ ਚਾਹੀਦਾ ਏ। ਦੇਵ ਪ੍ਰਭਾਵ ਕੀਨ ਵਿਯੋਗਨ ਨਹਿ ਮੁਝ ਸੁਖ ਦਿਆ ਸੁਤ ਸੰਜੋਗਨ। ਤੇ ਉਸ ਵੇਲੇ ਮਾਤਾ ਜੀ ਰੋ ਕੇ ਕਹਿੰਦੇ, ਪੁੱਤ ਮੇਰੀ ਤੇ ਕਿਸਮਤ ਐਸੀ, ਲੋਕੀ ਤੇਰੇ ਦਰਸ਼ਨ ਕਰਨ ਨੂੰ ਤਰਸਦੇ ਨੇ, ਮਾਂ ਭੋਲੀ ਤੈਥੋਂ ਵਿਛੜ ਕੇ ਰਹੀ। ਪਤਾ ਨਹੀਂ ਕਿਹੜਾ ਕਰਮ ਐਸਾ ਸੀ, ਘਰ ਦਾ ਕਲੇਸ਼ ਬਣ ਗਿਆ, ਤੂੰ ਘਰ ਛੱਡ ਕੇ ਆ ਗਿਆ। ਪੁੱਤਰਾ ਤੇਰੇ ਅੱਗੇ ਹੱਥ ਜੋੜ ਕੇ ਮੰਗਦੀਆਂ ਪਿੰਡੇ ਆ ਜਾ। ਮਾਂ ਤ੍ਰਿਪਤਾ ਉਹ ਪ੍ਰੇਮ ਚ ਭਿੱਜੇ ਹੋਏ ਆ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੇਡੇ ਤਿਆਗੀ ਨਹੀਂ, ਜਿੱਦਣ ਨਗਰ ਛੱਡਿਆ ਇੱਥੇ ਆ ਗਏ। ਜਿੱਦਣ ਇੱਥੇ ਗੱਲਬਾਤ ਜੀ ਹੋਈ ਸੀ, ਕਹਿੰਦੇ ਚੱਲ ਬਾਲੇ ਚੱਲੀਏ, ਇੱਥੇ ਹੀ ਰਹਿਣਾ। ਅੱਜ ਮਾਂ ਤ੍ਰਿਪਤਾ ਬਾਰ-ਬਾਰ ਆਪਣੇ ਪੋਤੇ ਅੱਗੇ ਇਹ ਬੇਨਤੀ ਕਰਦੀ, ਪਿਆਰ ਨਾਲ ਕਰਾਵੇ ਵਿੱਚ ਲੈ ਕੇ, ਪੁੱਤਰ ਵਿਆਹ ਤੋਂ ਬਾਅਦ ਘਰੇ ਆ ਜਾਓ, ਤੈਥੋਂ ਦੂਰ ਮੈਥੋਂ ਰਿਹਾ ਨਹੀਂ ਜਾਂਦਾ। ਤੜਪ ਲਖੋ ਮੈਂ ਨਿਜ ਵਡ ਭਾਗੀ ਸੋਤੇ ਉਤ ਸਭ ਅਬ ਦੇਖਣ ਲੱਗੀ। ਹੁਣ ਸਤਿਗੁਰਾਂ ਦੇ ਨਾਨੀ ਜੀ ਕੋਲ ਬੈਠੇ ਆ, ਨਾਨੀ ਭਰਾਈ ਜੀ, ਉਹ ਵੇਖ ਰਹੇ ਨੇ, ਕੋਈ ਉਹਨਾਂ ਦੀ ਅੱਖਾਂ ਭਰ ਰਹੀਆਂ। ਜਦੋਂ ਆਪਣੀ ਧੀ ਨੂੰ ਵੇਖਿਆ ਰੋਂਦੇ ਆ ਖੁਸ਼ੀ ਦੇ ਵਿੱਚ, ਤੇ ਮਾਂ ਕਿਉਂ ਨਾ ਰੋਵੇ। ਨਾਨੀ ਨੇਤਰ ਭਰ ਕੇ ਆਪਣੇ ਦੋਤੇ ਵੱਲ ਵੇਖਦੇ ਆ, ਕਿਉਂਕਿ ਗੁਰੂ ਸਾਹਿਬ ਇੰਨੇ ਮਿੱਠੇ ਸੁਭਾਅ ਦੇ ਆ, ਇੰਨੇ ਠੰਡੇ ਸੀਤਲ ਸੁਭਾਅ ਦੇ ਨੇ। ਜਿਹੜਾ ਵੀ ਇਹਨਾਂ ਕੋਲੇ ਆਇਆ ਇਹਨਾਂ ਦਾ ਹੀ ਹੋ ਗਿਆ। ਇਹ ਤੇ ਵੀਰ ਪਰਮਾਨ ਹੈ, ਫੇਰ ਅੰਸ਼ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਂ ਨੂੰ ਹੌਸਲਾ ਦਿੱਤਾ, ਕਹਿੰਦੇ ਮਾਂ ਮੈਂ ਸਦਾ ਹੀ ਤੇਰੇ ਕੋਲੇ ਆ, ਕਦ ਤੱਕ ਦੂਰ ਗਿਆ। ਮਾਵਾਂ ਦੇ ਕੋਲ ਪੁੱਤ ਸਦਾ ਹੀ ਹੁੰਦੇ ਨੇ, ਭਾਵੇਂ ਪ੍ਰਦੇਸਾਂ ਵਿੱਚ ਹੋਣ ਜਾਂ ਵਿਦੇਸ਼ਾਂ ਵਿੱਚ ਹੋਣ। ਮਾਂ ਦੇ ਦਿਲ ਦੇ ਵਿੱਚ ਪੁੱਤਰ ਦਾ ਸਦਾ ਹੀ ਘਰ ਹੁੰਦਾ ਹੈ। ਰੱਬ ਨੂੰ ਚੇਤੇ ਕਿਵੇਂ ਕਰਨਾ? ਢੋਲ ਵਜਾ ਕੇ ਨਹੀਂ। ਰੱਬ ਸਾਨੂੰ ਯਾਦ ਕਿਉਂ ਨਹੀਂ ਆਉਂਦਾ? ਬਾਣੀ ਨੇ ਸਪਸ਼ਟ ਕਿਹਾ ਹੈ, ਕਹਿੰਦੇ ਸਭ ਕੁਝ ਆਪਣਾ ਇੱਕ ਰਾਮ ਪਰਾਇਆ। ਪਰਾਇਆ ਨੂੰ ਚੇਤੇ ਕਰਨਾ ਪੈਂਦਾ, ਬੇਗਾਨਿਆਂ ਨੂੰ ਯਾਦ ਕਰਨਾ ਪੈਂਦਾ। ਕਦੇ ਮਾਂ ਨੂੰ ਪੁੱਤ ਯਾਦ ਕਰਨ ਵਾਸਤੇ ਕੀਰਤਨ ਕਰਨ ਦੀ ਲੋੜ ਪਈ, ਕਦੇ ਪਿਓ ਆਪਣੇ ਪੁੱਤ ਨੂੰ ਚੇਤੇ ਕਰਨ ਵਾਸਤੇ ਕਹਿੰਦਾ ਮੈਨੂੰ ਮੇਰੇ ਪੁੱਤ ਦੀ ਕਥਾ ਸੁਣਾਓ, ਯਾਦ ਕਰਾਓ। ਯਾਦ ਉਹੀ ਕਰਾਇਆ ਜਾਂਦਾ ਜਿਹੜਾ ਭੁੱਲਿਆ ਹੋਵੇ। ਆਖੋ ਸਤਿਨਾਮ। ਜਿੱਦਾਂ ਮਾਪਿਆਂ ਦੇ ਹਿਰਦੇ ਵਿੱਚ ਧੀ ਪੁੱਤ ਵਸਦੇ ਆ ਨਾ, ਤੇ ਰੱਬ ਦੇ ਪਿਆਰਿਆਂ ਦੇ ਹਿਰਦਿਆਂ ਵਿੱਚ ਰੱਬ ਕਿਦਾਂ ਵਸਦਾ ਹੈ। ਸਤ ਸੰਗ ਕਰਿਆ ਤੋਂ ਜਾਗ ਲੱਗਦੀ ਰਹਿੰਦੀ ਹੈ, ਗੁਣ ਚੇਤੇ ਆਉਂਦੇ ਰਹਿੰਦੇ ਨੇ, ਜੀਵਨ ਵਿੱਚ ਪ੍ਰਭਾਵ ਬਣਦਾ ਤੇ ਜੀਵਨ ਉਸ ਪਾਸੇ ਚਲਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਤਾ ਕਹਿੰਦੇ, ਪੁੱਤ ਅੱਜ ਮੈਨੂੰ ਮਾਣ ਮਹਿਸੂਸ ਹੁੰਦਾ, ਮੈਂ ਬੜਾ ਭਾਗਣ ਜਿਹਦੇ ਕੋਲ ਤੇਰੇ ਜਿਹਾ ਸੁਸ਼ੀਲ ਪੁੱਤ ਹੈ, ਸਾਧੂ ਪੁੱਤ ਹੈ। ਹੁਣ ਮਾਂ ਨੂੰ ਤੇ ਸਾਧੂ ਪੁੱਤ ਚੰਗਾ ਲੱਗਦਾ ਹੈ, ਬਾਪੂ ਨੂੰ ਪੁੱਛੋ, ਕਹਿੰਦੇ ਸਾਧਾਂ ਪਿੱਛੇ ਲੱਗ ਕੇ ਘਰ ਬਰਬਾਦ ਕਰਦਾ। ਖੁਦਾ ਦਾ ਨਾਮ ਆਈ ਤੇ ਇੱਥੇ ਆਏ ਆ, ਇੱਥੇ ਭੇਜਿਆ ਕਿ ਰਾਏ ਬੁਲਾਰ ਸਾਹਿਬ ਨੇ ਚਿੱਠੀ ਪਾਈ ਸੀ ਨਾ ਜੈ ਰਾਮ ਜੀ, ਵੀ ਪਿਤਾ ਪੁੱਤ ਵਿੱਚ ਨਿਤ ਕਲੇਸ਼ ਰਹਿੰਦਾ ਹੈ। ਬਾਪੂ ਕਹਿੰਦਾ ਪੁੱਤ ਕਮਾਉਂਦਾ ਨਹੀਂ, ਤੇ ਪੁੱਤ ਕਹਿੰਦੇ ਅਸੀਂ ਕਮਾਉਣ ਤੇ ਤਮਾਸ਼ਾ ਬਣਨ ਦੁਨੀਆ ਦਾ ਨਹੀਂ ਆਏ ਬਾਪੂ ਜੀ, ਸਾਨੂੰ ਨਾਲ ਕਿਉਂ ਆਇਆ ਹੋਇਆ। ਤੇ ਥੋੜੀ ਦੇਰ ਪਹਿਲਾਂ ਵੀ ਰੌਲਾ ਪਿਆ ਵੀ ਮੋਦੀਖਾਨਾ ਵੀ ਕਰ ਲਿਆ, ਦੁਕਾਨ ਵੀ ਕਰ ਲਈ, ਪੈਸੇ ਚੰਗੇ ਆਉਂਦੇ, ਮੁਨਾਫਾ ਬੜਾ, ਪਰ ਸੰਭਾਲਦਾ। ਕਿਤੇ ਨਾ ਕਿਤੇ ਪਿਤਾ ਜੀ ਦੇ ਦਿਲ ਵਿੱਚ ਗੱਲ ਅੱਜ ਵੀ ਚੱਲਦੀ ਹੈ। ਇਸੇ ਗੱਲ ਕਰਕੇ ਤੇ ਰਾਏ ਬੁਲਾਰ ਜੀ ਨੇ ਕਹਿ ਕੇ ਭੇਜਿਆ ਸੀ, ਵੇਖੀ ਬੈਠਾ ਕਾਲੂ ਪੁੱਤ ਨਾਲ ਕਲੇਸ਼ ਨਾ ਕਰ ਬੈਠੇ, ਤੂੰ ਆਪਣੇ ਪੁੱਤ ਨੂੰ ਕਦੇ ਸਮਝ ਸਕਦਾ ਹੀ ਨਹੀਂ। ਬਾਰ ਬਾਰ ਜਾਵੇਂ ਬਲਿਹਾਰੀ ਤ੍ਰਿਪਤ ਨਾ ਪਿਖ ਸੁਤ ਮੂਰਤ ਚਾਰੀ। ਭੈਣ ਨਾਨਕੀ ਕੋਲ ਖੜ ਕੇ ਨੇਤਰ ਭਰ ਕੇ ਖੜੀ ਹੈ, ਵੇਖ ਰਹੀ ਹੈ ਮਾਂ ਤੇ ਪੁੱਤ ਦਾ ਮਿਲਾਪ। ਇਹ ਉਹੀ ਭੈਣ ਹੈ ਜਿਹਨੇ ਸਭ ਤੋਂ ਪਹਿਲਾਂ ਆਪਣੇ ਵੀਰ ਨੂੰ ਪਛਾਣਿਆ ਸੀ, ਇਹ ਦੁਨਿਆਵੀ ਮਨੁੱਖ ਨਹੀਂ ਪਰਮੇਸ਼ਰ ਹੈ। ਖੁਸ਼ ਹੈ ਬੜੀ ਮਾਂ
ਵੀਰੇ ਨੂੰ ਮੈਂ ਨਹੀਂ ਜਾਣ ਦੇਣਾ, ਤੁਸੀਂ ਆਜਿਆ ਕਰੋ। ਮਾਂ ਕਹਿੰਦੀ ਪੁੱਤ ਮੈਂ ਪੁੱਤ ਨੂੰ ਲੈ ਜਾਣਾ ਹੈ। ਇਹ ਪ੍ਰੇਮ ਦੀਆਂ ਗੱਲਾਂ ਨੇ, ਪਰ ਪਿਤਾ ਜੀ ਨਹੀਂ ਚਾਹੁੰਦੇ ਮੇਰਾ ਪੁੱਤ ਘਰੇ ਆਵੇ। ਕਿਉਂ ਨਹੀਂ ਚਾਹੁੰਦੇ ਜੀ? ਉਹਨੂੰ ਲੱਗਦਾ ਹੈ ਵੀ ਉੱਥੇ ਤੇ ਸਾਧਾਂ ਨਾਲ ਰੋਜ਼ ਦਾਨ ਪੁੰਨ ਕਰਦਾ ਫਿਰੀ ਜਾਂਦਾ ਹੈ, ਇੱਥੇ ਜੇ ਮਾੜਾ ਮੋਟਾ ਰਿਸ਼ਤੇਦਾਰਾਂ ਕੋਲ ਲੈ ਕੇ ਕੰਮ ਕੁੰਮ ਜੇ ਲੱਗਿਆ ਨਾ ਤੇ ਕੁਝ ਬਣ ਜਾਊਗਾ। ਜਿੰਨੀ ਹੁਣ ਤੱਕ ਆਪ ਜੀ ਨੇ ਕਥਾ ਸੁਣੀ ਹੈ, ਬਾਪੂ ਜੀ ਦੀ ਸੁਰਤ ਇੱਥੇ ਹੀ ਰਹੀ ਹੈ। ਉਹ ਜਾਣ ਬੁੱਝ ਕੇ ਨਹੀਂ ਕਰਦੇ। ਸੱਚੇ ਪਾਤਸ਼ਾਹ ਨੇ ਆਪ ਮਾਇਆ ਪਾਈ ਹੋਈ ਹੈ, ਆਪ ਧਰਮ ਪਾਇਆ ਹੋਇਆ ਹੈ, ਖੇਡਾਂ ਵਰਤਾਉਣ ਵਾਸਤੇ, ਸਾਨੂੰ ਸਮਝਾਉਣ ਵਾਸਤੇ। ਅੱਜ ਪਿਤਾ ਕਲਿਆਣ ਚੰਦ ਅੰਦਰੋਂ ਅੰਦਰ ਸੋਚਦੇ ਨੇ ਬੈਠੇ ਵੀ ਮੋਦੀ ਖਾਨੇ ਵਿੱਚ ਵਾਹਵਾ ਕਮਾਈ ਕਰ ਲਈ ਹੋਣੀ। ਮੈਂ ਪਿਛਲੀ ਵਾਰ ਆ ਕੇ ਸਮਝਾ ਕੇ ਗਿਆ ਸੀ, ਚੰਗੀ ਚੋਖੀ ਮਾਇਆ ਇਹਨਾਂ ਇਕੱਤਰ ਕੀਤੀ ਹੋਣੀ। ਸ੍ਰੀ ਨਾਨਕ ਪੁਨ ਉਠ ਸੁਖ ਦਾਤਾ, ਜਾਇ ਕਰੀ ਬੰਦਨ ਪਿਤ ਭਰਾਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਾਂ ਜੀ ਕੋਲ ਉੱਠੇ ਨੇ, ਆਸ਼ੀਰਵਾਦ ਲੈ ਕੇ ਚੱਲ ਕੇ ਆਏ ਨੇ ਆਪਣੇ ਪਿਤਾ ਦੇ ਭਰਾ ਭਾਵ ਚਾਚਾ ਜੀ ਕੋਲੇ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਲਾਲ ਚੰਦ ਜੀ ਤੇ ਲਾਲੂ ਜੀ ਕਰਕੇ ਆਇਆ। ਜਾ ਕੇ ਚਰਨ ਫੜੇ, ਪੈਰੀ ਲੈ ਪਏ, ਕਿਉਂਕਿ ਹੁਣ ਇੱਥੇ ਆਪ ਜੀ ਸਰਵਣ ਕਰਦੇ ਆ ਰਹੇ ਹੋ ਪਿੱਛੇ, ਪਿਤਾ ਦਾ ਸੁਭਾਅ ਬਹੁਤ ਗਰਮ ਹੈ ਤੇ ਸਭ ਤੋਂ ਸ਼ਾਂਤ ਸੁਭਾਅ ਪਰਿਵਾਰ ਵਿੱਚ ਕਿਹਨਾਂ ਦਾ ਸੀ? ਲਾਲੂ ਜੀ ਦਾ। ਜਦ ਵੀ ਗੁਰੂ ਸਾਹਿਬ ਉੱਤੇ ਪਿਤਾ ਵਰਦੇ ਸੀ, ਚਾਚਾ ਜੀ ਅੱਗੇ ਹੋ ਜਾਂਦੇ ਸੀ, ਕਹਿੰਦੇ ਨਾ ਝਟਕੀ ਨਾ ਕੁਛ ਆਖੀ ਨਾ। ਗੁਰੂ ਸਾਹਿਬ ਆਏ ਕੋਲੇ ਆ ਕੇ ਭੱਜ ਕੇ ਜਦੋਂ ਚਰਨੀ ਮੱਥਾ ਟੇਕਿਆ, ਇਹ ਸਤਿਗੁਰਾਂ ਦਾ ਸੁਭਾਅ ਸੀ। ਕੀ ਸਿਖਾਉਂਦਾ ਸਾਨੂੰ? ਵੀ ਆਪ ਤੋਂ ਵੱਡਿਆਂ ਦੀ ਸਦਾ ਇੱਜ਼ਤ ਕਰੋ। ਮਾਪੇ ਕਦੇ ਮਾੜੇ ਨਹੀਂ ਹੁੰਦੇ। ਕਈ ਵਾਰ ਹੋ ਸਕਦਾ ਸਾਨੂੰ ਉਹਨਾਂ ਦਾ ਕੋਈ ਗੁਨਾਹ ਗੁਣ ਦਿਸਦਾ ਹੋਵੇ, ਪਰ ਮਾਪਿਆਂ ਦੇ ਔਗਣ ਨਹੀਂ ਵੇਖੀਦੇ। ਜਨਮ ਦੇਣ ਵਾਲੇ ਸਦਾ ਰੱਬ ਰੂਪ ਹੁੰਦੇ ਆ। ਤੇ ਚਾਚਾ ਜੀ ਨੂੰ ਮੱਥਾ ਟੇਕ ਗੁਰੂ ਨਾਨਕ ਸਾਹਿਬ ਮਹਾਰਾਜ ਪਿਆਰ ਕਰਨ ਲੱਗੇ ਤੇ ਚਾਚਾ ਜੀ ਨੇ ਘੁੱਟ ਕੇ ਕਲਾਵੇ ਨਾਲ ਲਾਇਆ। ਬੜੇ ਖੁਸ਼ ਨੇ, ਅੱਖਾਂ ਹੀ ਭਰ ਆਈਆਂ ਖੁਸ਼ੀ ਦੇ ਨਾਲ, ਪਰ ਪਿਤਾ ਦੀਆਂ ਅੱਖਾਂ ਨਹੀਂ ਭਰਦੀਆਂ। ਕਿਉਂ? ਕਿਉਂਕਿ ਮੋਹ ਚ ਰਹਿੰਦੇ। ਹੁਣ ਉਹਨਾਂ ਦਾ ਮੋਹ ਸਿਰਫ ਮਾਇਆ ਦੇ ਨਾਲ ਹੈ, ਉਹਨਾਂ ਦੀ ਮਮਤਾ ਸਿਰਫ ਇੱਥੇ ਤੱਕ ਹੈ ਵੀ ਮੇਰਾ ਪੁੱਤ ਕਮਾਊ ਹੋਵੇ। ਨਿਤ ਸੋ ਲਾਲੂ ਭਰ ਕਰ ਅੰਕਾ, ਹਰਖਤ ਭੇਖਤ ਬਦਨ ਅਸੰਪਾ। ਚਾਚਾ ਜੀ ਨੇ ਸਤਿਗੁਰਾਂ ਨੂੰ ਫੜਿਆ, ਬਾਹਾਂ ਵਿੱਚ ਘੁੱਟਿਆ, ਫੜ ਕੇ ਘੁਮਾਤਾ। ਕਹਿੰਦੇ ਮੇਰਾ ਛੰਦਾ ਪੁੱਤ ਹੈ, ਸਿਆਣਾ ਪੁੱਤ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਪਣੇ ਪਰਿਵਾਰ ਵਿੱਚ ਸਭ ਤੋਂ ਜ਼ਿਆਦਾ ਜੇ ਬਣਦੀ ਸੀ ਤੇ ਚਾਚਾ ਜੀ ਨਾਲ ਬਣਦੀ ਸੀ। ਤੇ ਨਾਨਕੇ ਪਰਿਵਾਰ ਵਿੱਚ ਸਤਿਗੁਰਾਂ ਦੀ ਜੇ ਸਭ ਤੋਂ ਵੱਧ ਬਣਦੀ ਹੈ, ਨਾਨੀ ਭਰਾਈ ਜੀ ਨਾਲ ਬਣਦੀ ਹੈ। ਕਿਉਂ? ਕਿਉਂਕਿ ਇਹ ਦੋਨੋਂ ਭਗਤੀ ਵਾਲੀਆਂ ਮੂਰਤਾਂ ਨੇ। ਭੈਣ ਜੀ ਦੇ ਪਰਿਵਾਰ ਚੋਂ ਜੇ ਸਭ ਤੋਂ ਵੱਧ ਸਤਿਗੁਰ ਨੇੜੇ ਨੇ, ਜੀਜਾ ਭਾਈਆ ਜੈਰਾਮ ਜੀ ਦੇ। ਉਹ ਨਿਰੰਕਾਰੀ ਨੇ, ਬੰਦਗੀ ਵਾਲੇ ਆ, ਕਿਉਂਕਿ ਜਿਹੜਾ ਇਹਨਾਂ ਨੂੰ ਪਛਾਣਦਾ ਹੈ ਉਹਨੂੰ ਉਹ ਪਛਾਣਦੇ ਆ। ਸਾਡੇ ਵਾਲਾ ਤੇ ਕੰਮ ਹੈ ਨਹੀਂ ਵੀ ਸਾਨੂੰ ਸਾਰੀ ਚੋਰ ਲੱਗੀ ਜਾਂਦੇ, ਹਰੇਕ ਹੀ ਸਾਥ ਦਿਸੀ ਜਾਂਦਾ ਸਾਨੂੰ, ਕਿਉਂਕਿ ਸਾਡੇ ਜਿਹੜੇ ਪੈਰਾਮੀਟਰ ਨੇ ਹੋਰ ਹਿਸਾਬ ਦੇ ਆ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਜਿਹੜੀ ਜੋਤ ਹੈ ਉਹ ਉਸੇ ਜੋਤ ਨਾਲ ਜਾ ਮਿਲਦੀ ਹੈ ਜਿਸ ਜੋਤ ਦੇ ਵਿੱਚ ਚਾਨਣ ਉਹੀ ਹੋਵੇ, ਬੱਤੀ ਉਹੀ ਹੋਵੇ। ਜੈਰਾਮ ਜੀ ਪ੍ਰੇਮ ਕਰਨ ਵਾਲੇ ਨੇ ਦਿਲੋਂ, ਮਾਂ ਕਰਦੀ ਹੈ, ਭੈਣ ਜੀ ਕਰਦੇ ਨੇ, ਤੇ ਸਤਿਗੁਰਾਂ ਦੇ ਚਾਚਾ ਜੀ ਜਿਹੜੇ ਰੋਜ਼ ਯਾਦ ਕਰਦੇ ਸੀ ਬਿਨਾਂ ਨਾਗਾ। ਜਦ ਵੀ ਰਾਏ ਬੁਲਾਰ ਜੀ ਕੋਲ ਬੈਠਦੇ ਨੇ, ਗੁਰੂ ਸਾਹਿਬ ਦੀ ਮਹਿਮਾ ਕਰਦੇ ਆ। ਤੇ ਪਿਤਾ ਜਦ ਗਏ ਨੇ, ਪੁੱਤ ਦਾ ਲਾਂਭਾ ਲੈ ਕੇ ਗਏ ਨੇ। ਆਖੋ ਸਤਿਨਾਮ। ਤੁਸੀਂ ਕਹਿੰਦੇ ਨਿਰੰਕਾਰੀ ਹੈ, ਤੁਸੀਂ ਕਹਿੰਦੇ ਪਰਮੇਸ਼ਰ, ਵੇਖੋ ਤੇ ਸਹੀ ਮੇਰਾ ਤੇ ਘਰ ਉਜਾੜਦਾ। ਪਿਤਾ ਦੇ ਉਲਾਂਭੇ ਸੀ, ਪਰ ਉਲਾਂਭੇ ਵੀ ਬੜੇ ਚੰਗੇ ਸੀ। ਅੱਜ ਜਦੋਂ ਕੋਲ ਬੈਠੇ ਨਾ, ਉਹ ਸੁੱਖ ਸਾਂਦ ਪੁੱਛਦੇ ਆ, ਕਿਉਂਕਿ ਚਾਚਾ ਜੀ ਨੇ ਨਹੀਂ ਪੁੱਛਿਆ ਵੀ ਮੋਦੀ ਖਾਨੇ 'ਚ ਕਿੰਨੇ ਪੈਸੇ ਇਕੱਠੇ ਹੁੰਦੇ ਆ, ਕੰਮਕਾਰ ਕਿਵੇਂ ਚੱਲਦਾ। ਉਹਨਾਂ ਨੇ ਸਿਰਫ ਰਾਜੀ ਖੁਸ਼ੀ ਪੁੱਛੀ ਹੈ। ਕੰਠ ਲਗਾਈ ਰਹੋ ਸੁਖ ਪਾਈ, ਜਿਉ ਕਿਰਪਨ ਧਨ ਤਜ ਨ ਸਕਾਈ। ਹੁਣ ਸਤਿਗੁਰਾਂ ਨੂੰ ਲੈ ਕੇ ਗਲਵਕੜੀ ਵਿੱਚ ਚਾਚਾ ਜੀ ਛੱਡ ਨਹੀਂ ਰਹੇ। ਕਿਉਂ? ਕਹਿੰਦੇ ਪੁੱਤ ਮੈਨੂੰ ਏਦਾਂ ਲੱਗਦਾ ਜਿਵੇਂ ਕੰਜੂਸ ਬੰਦੇ ਨੂੰ ਪੈਸਾ ਮਿਲ ਜੇ, ਛੱਡਣਾ ਨਹੀਂ ਚਾਹੁੰਦਾ। ਪਾਤਸ਼ਾਹ ਤੇਰੇ ਸੀਨੇ ਲੱਗ, ਤੈਨੂੰ ਬਾਹਾਂ ਵਿੱਚ ਲੈ ਕੇ ਚਿੱਤ ਕਰਦਾ ਹੈ, ਅੱਖਾਂ ਬੰਦ ਕਰ ਤੈਨੂੰ ਬਾਹਾਂ ਵਿੱਚ ਹੀ ਰੱਖਾਂ। ਇੰਨਾ ਪ੍ਰੇਮ ਕਰਦੇ ਸੀ। ਉਹਨਾਂ ਕਦੇ ਨਹੀਂ ਜਾਣਿਆ ਮੇਰਾ ਭਤੀਜਾ। ਉਹ ਇਹ ਜਾਣਦੇ ਸੀ ਇਹ ਸੰਤ ਰੂਪ ਨੇ, ਇਹ ਮਹਾਂਪੁਰਖ ਨੇ, ਇਹ ਜੋਤ ਰੂਪ ਨੇ। ਕਿਉਂਕਿ ਚਾਚਾ ਜੀ ਹਮੇਸ਼ਾ ਹੀ ਨਮਸਕਾਰ ਕਰਦੇ ਸੀ, ਹਮੇਸ਼ਾ ਹੀ ਪ੍ਰੇਮ ਕਰਦੇ ਸੀ। ਪਿਤਾ ਹੀ ਸੀ।
ਜਿਹੜੇ ਕਦੇ ਕਦੇ ਗੁਰੂ ਸਾਹਿਬ ਨੂੰ ਪਛਾਣਨ ਲੱਗਦੇ, ਮਰਦ ਨਜ਼ਰ ਭਰ ਕੇ ਤੱਕ ਲੈਂਦੇ, ਫਿਰ ਮਾਇਆ ਪਾ ਦਿੰਦੇ ਆ, ਫਿਰ ਉਲਝਾ ਕੇ ਰੱਖ ਦਿੰਦੇ ਨੇ। ਜਨਮਿਓ ਹਮ ਕਰ ਸੁਤ ਸੁਖਦਾਈ, ਨਿਰਮਲ ਕੀਨੀ ਕੁਲ ਇਹ ਜਾਈ। ਉਹ ਸਾਡੀ ਕੁਲ ਤੂੰ ਨਿਰਮਲ ਕਰ ਦਿੱਤੀ ਹੈ, ਮਹਾਨ ਕਰ ਦਿੱਤੀ ਹੈ, ਵੱਡੇ ਭਾਗ ਨੇ ਤੂੰ ਸਾਡੇ ਵਿਹੜੇ ਜੰਮਿਆ, ਸਾਨੂੰ ਖੁਸ਼ੀ ਹੈ। ਇਹ ਗੱਲਾਂ ਕਿਹਨੂੰ ਸੁਣਾ ਰਹੇ ਨੇ? ਚਾਚਾ ਜੀ, ਸਤਿਗੁਰਾਂ ਦੇ ਚਾਚਾ ਜੀ ਆਪਣੇ ਵੱਡੇ ਭਰਾ ਨੂੰ ਸੁਣਾਉਂਦੇ ਆ, ਵੇਖ ਲਾ ਤੇਰੇ ਘਰ ਰੱਬ ਆਇਆ, ਤੈਨੂੰ ਸਮਝ ਕਿਉਂ ਨਹੀਂ ਆਉਂਦੀ? ਆਖੋ ਸਤਿਨਾਮ। ਗੱਲਾਂ ਗੱਲਾਂ ਚ ਕਹਿੰਦੇ ਵੱਡੇ ਭਾਗ ਨੇ ਸਾਡੇ ਬੇਟੀਆਂ ਦੀ ਕੁਲ ਦੇ, ਤੁਸੀਂ ਸਾਡੇ ਵਿਹੜੇ ਆਏ ਹੋ। ਆਗਰਜ ਕੀ ਪਰਮੇਸ਼ਵਰ ਜਾਣੈ, ਘਰ ਹਿਤ ਲਾਲੋ ਬਚਨ ਬਖਾਨੈ। ਲਾਲ ਚੰਦ ਜੀ ਨੇ ਸਪਸ਼ਟ ਹੀ ਕਹਿਤਾ, ਕਹਿੰਦੇ ਪੁੱਤ ਤੂੰ ਕੋਈ ਸਾਧੂ ਮਹਾਤਮਾ ਹੈ, ਤੂੰ ਕੋਈ ਰੱਬ ਰਤੀ ਜੋਤ ਹੈ, ਨੂਰ ਹੈ ਉਹਦਾ। ਤੇ ਗੁਰੂ ਸਾਹਿਬ ਕਹਿੰਦੇ ਨਹੀਂ ਚਾਚਾ ਜੀ, ਬੱਚਾ ਹੀ ਹਾਂ ਤੁਹਾਡਾ। ਆਖੋ ਸਤਿਨਾਮ। ਕਿੰਨੀ ਵੱਡੀ ਨਿਮਰਤਾ ਹੈ। ਰੱਬ ਹੋ ਕੇ ਰੱਬ ਨਹੀਂ ਸੀ ਕਹਾਉਂਦੇ, ਸੇਵਕ ਦੱਸਦੇ ਸੀ ਆਪਣੇ ਆਪ ਨੂੰ। ਮੈਂ ਕਹਿੰਦਾ ਹੁਣ ਟੁੱਟੇ ਭੱਜੇ ਚ ਜਿਹੜਾ ਬੰਦਾ ਜਿਹਦਾ ਕੰਮ ਨਹੀਂ ਚੱਲਦਾ, ਉਹ ਕਹਿੰਦਾ ਮੈਂ ਹੀ ਗੁਰੂ, ਹਰੇਕ ਹੀ ਬਣਿਆ ਬੈਠਾ ਹੈ। ਤੇ ਕਿੱਥੇ ਬਖਸ਼ੇ ਜਾਣਗੇ ਉਹ ਲੋਕ ਜਿਹੜੇ ਆਪ ਰੱਬ ਬਣੀ ਬੈਠੇ ਨੇ? ਤੇ ਰੱਬ ਦੇ ਗੁਣ ਵੇਖੋ, ਰੱਬ ਨੇ ਕਦੀ ਨਹੀਂ ਕਿਹਾ ਮੈਂ ਰੱਬ। ਜੇ ਆਪਣੇ ਵੀ ਪਛਾਣਦੇ ਨੇ, ਜੇ ਕੋਈ ਰੱਬ ਕਹਿੰਦਾ ਵੀ ਹੈ, ਉੱਥੇ ਇਦਾਂ ਦੇ ਬਣ ਜਾਂਦੇ, ਲੋਕੀ ਕਮਲਾ ਕਹਿਣ ਲੱਗ ਜਾਂਦੇ ਆ, ਲੋਕੀ ਝੱਲਾ ਦੱਸਣ ਲੱਗ ਜਾਂਦੇ ਨੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਇਸ ਧਰਤੀ ਤੇ ਮਨੁੱਖਾ ਸਰੀਰ ਵਿੱਚ ਮਨੁੱਖਾ ਰੂਪ ਧਾਰਨ ਕਰਕੇ ਆਏ ਨੇ। ਸਾਰੇ ਜੀਵਨ ਵਿੱਚ ਉਹਨਾਂ ਨੇ ਕਦੇ ਮੱਥਾ ਨਹੀਂ ਟਿਕਾਇਆ, ਕਦੇ ਰੱਬ ਨਹੀਂ ਕਹਾਇਆ। ਸਾਨੂੰ ਸਮਝਾਉਣ ਵਾਸਤੇ ਉਹਨਾਂ ਜੀਵਨ ਲਾ ਦਿੱਤਾ ਸਾਰਾ। ਚਾਚਾ ਜੀ ਨੂੰ ਕਹਿੰਦੇ, ਚਾਚਾ ਜੀ ਮੈਂ ਸਧਾਰਨ ਮਨੁੱਖ ਹਾਂ, ਆਮ ਜਿਹਾ ਹਾਂ। ਮੈਨੂੰ ਪਤਾ ਹੈ ਜਿੱਦਣ ਦਾ ਤੁਹਾਡੇ ਪਰਿਵਾਰ ਵਿੱਚ ਮੇਰਾ ਜਨਮ ਹੋਇਆ, ਮੈਨੂੰ ਤੇ ਪਿਤਾ ਕੋਸਦੇ ਨੇ, ਕਹਿੰਦੇ ਤੂੰ ਕਿਸੇ ਕੰਮ ਦਾ ਨਹੀਂ, ਤੁਸੀਂ ਮੈਨੂੰ ਮਹਾਨ ਦੱਸਦੇ ਹੋ। ਨਿਉਖ ਸ੍ਰੀ ਨਾਨਕ ਦੁਖ ਕੰਦਨ, ਜਾਇ ਕਰੀ ਨਾਨੇ ਪਦ ਬੰਦਨ। ਚਾਚਾ ਜੀ ਬੜੇ ਪਿਆਰ ਵਿੱਚ ਕਹਿੰਦੇ, ਪੁੱਤ ਜਾ ਫਿਰ ਨਾਨਾ ਜੀ ਨੂੰ ਵੀ ਮਿਲਿਆ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਨਾ ਜੀ ਰਾਮਾ ਜੀ ਅੱਤ ਦੀ ਬੰਦਗੀ ਵਾਲੇ ਆ, ਤੇ ਸਤਿਗੁਰਾਂ ਦੇ ਦਾਦਾ ਸ਼ਿਵਰਾਮ ਉਹ ਵੀ ਭਗਤੀ ਵਾਲੇ ਆ। ਬੇਸ਼ੱਕ ਉਹ ਸਨਾਤਨ ਮਤ ਨੂੰ ਫੋਲੋ ਕਰਦੇ ਆ, ਜਿਹਨੂੰ ਹਿੰਦੂ ਧਰਮ ਕਹਿੰਦੇ ਆ, ਜਨੇਊ ਧਾਰੀ ਨੇ। ਫਿਰ ਕੀ ਹੋਇਆ? ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਪਰੰਪਰਾ ਦੇ ਪਖੰਡਾਂ ਕਰਮ ਕਾਂਡਾਂ ਦਾ ਕਾਟ ਛਾਟ ਕਰਦੇ ਆ ਰਹੇ। ਅਜੇ ਸ਼ੁਰੂਆਤ ਕੀਤੀ ਉਹਨਾਂ ਨੇ ਬਾਹਰੋਂ, ਘਰ ਚੋਂ ਵੀ ਹੋ ਜਾਏਗੀ। ਅਜੇ ਕਦੇ ਕਿਸੇ ਨੂੰ ਕੁਛ ਨਹੀਂ ਕਿਹਾ, ਜਿਹੜਾ ਜਿਹੜੇ ਧਰਮ ਨੂੰ ਮੰਨਦਾ ਮੰਨੀ ਜਾਵੇ। ਤੇ ਸਾਡੀਆਂ ਤੇ ਲੜਾਈਆਂ ਇਹ ਹੁੰਦੀਆਂ ਨੇ ਘਰੇ, ਤੂੰ ਅੰਮ੍ਰਿਤ ਛਕ ਲਾ, ਤੂੰ ਫਲਾਣਾ ਕਰ ਲਾ। ਕਿਉਂ ਕਹਿਣਾ ਕਿਸੇ? ਇੰਨੀ ਬੰਦਗੀ ਕਰੋ, ਇੰਨਾ ਨਾਮ ਜਪੋ, ਅਰਦਾਸ ਕਰੋ, ਪਿਆਰ ਤੇ ਸਮਝਾਓ, ਇੱਕ ਨਾ ਇੱਕ ਦਿਨ ਸਤਿਗੁਰ ਜ਼ਰੂਰ ਕਿਰਪਾ ਕਰਦੇ। ਜਿਹਨੂੰ ਧੱਕੇ ਨਾਲ ਜੋੜੋਗੇ ਉਹਦੇ ਟੁੱਟੇ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਟੁੱਟ ਜਾਂਦਾ। ਆਹ ਹੁਣ ਸਾਡੇ ਪੰਜਾਬ ਦੇ ਵਿੱਚ ਪਿਛਲੇ 15-20 ਸਾਲਾਂ ਦੇ ਵਿੱਚ ਕੱਲਾ ਬਾਬਾ ਲਿਸਟ ਚੱਕੀ ਫਿਰਦਾ, ਮੈਂ 20 ਲੱਖ ਨੂੰ ਅੰਮ੍ਰਿਤ ਛਕਾਇਆ, ਮੈਂ 40 ਨੂੰ ਛਕਾਇਆ, ਮੈਂ ਇੰਨੇ ਗੁਰੂ ਕੇ ਜਹਾਜ਼ੇ ਚੜ੍ਹਦੇ। ਭਾਈ ਉਹ ਜਹਾਜ਼ ਚੜੇ ਤੇ ਦਿਸਦੇ ਨਹੀਂ, ਜਹਾਜ਼ ਲੈਂਡ ਕਿੱਥੇ ਹੋਏ ਅਜੇ ਤੱਕ ਨਹੀਂ ਪਤਾ। ਕੇਸਾਂ ਧਾਰੀ ਤੁਹਾਨੂੰ ਬਹੁਤ ਘੱਟ ਮਿਲਣਗੇ, ਪਰ ਜਿਨ੍ਹਾਂ ਤੇ ਗੁਰੂ ਸਾਹਿਬ ਨੇ ਕਿਰਪਾ ਕਰਤੀ ਨਾ, ਅੱਜ ਵੀ ਉਹ ਗੁਰੂ ਦੇ ਪਿਆਰੇ ਉੱਠਣੇ ਸ਼ੁਰੂ ਹੋ ਗਏ ਆ ਚੜ੍ਹਦੀ ਕਲਾ ਦੇ ਵਿੱਚ। ਤੇ ਜਦੋਂ ਚਾਚਾ ਜੀ ਨੇ ਕਿਹਾ ਨਾ, ਪੁੱਤ ਜਾ ਨਾਨਾ ਜੀ ਨੂੰ ਮਿਲ ਕੇ ਆ, ਮਨ ਦੇ ਉਸੇ ਵੇਲੇ ਨਮਸਕਾਰ ਕਰਕੇ ਉਧਰ ਆ ਗਏ। ਇੱਥੇ ਕਵੀ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ ਇਸ ਖੇਡ ਦਾ, ਕਿਉਂਕਿ ਬੜੇ ਲੰਮੇ ਸਮੇਂ ਬਾਅਦ ਮਿਲੇ ਨੇ। ਇੰਨੇ ਪਿਆਰ ਨਾਲ ਮਰਜ ਕਦੇ ਨਹੀਂ ਮਿਲੇ। ਪਿੱਛੋਂ ਆਪ ਜੀ ਨੇ ਸਾਰਾ ਸਰਵਣ ਕੀਤਾ ਨਾ, ਗੁਰੂ ਸਾਹਿਬ ਜੀ ਦਾ ਲਗਾਅ ਪਰਿਵਾਰ ਨਾਲ ਕਿੰਨਾ ਹੈ? ਬਿਲਕੁਲ ਵੀ ਨਹੀਂ ਹੈ। ਅੱਜ ਖੁਸ਼ੀਆਂ ਦੇ ਸਮੇਂ ਸਾਰੇ ਆਏ ਨੇ, ਸਭ ਕੁਝ ਜਾਣਦੇ ਆ ਵੀ ਇਸ ਸਮੇਂ ਤੋਂ ਬਾਅਦ ਇਹਨਾਂ ਨੂੰ ਕਦੇ ਸਮਾਂ ਨਹੀਂ ਮਿਲਣਾ। ਆਖੋ ਸਤਿਨਾਮ। ਕਿਉਂਕਿ ਗੁਰੂ ਸਾਹਿਬ ਨੇ ਵਿਆਹ ਤੋਂ ਬਾਅਦ ਉਦਾਸੀਆਂ ਤੇ ਚਲੇ ਜਾਣਾ। ਫਿਰ ਕਿੰਨੀਆਂ ਕੁ ਮੁਲਾਕਾਤਾਂ ਹੋਣਗੀਆਂ? ਹੋ ਸਕਦਾ ਨਾਨਾ ਜੀ ਨਾ ਰਹਿਣ, ਹੋ ਸਕਦਾ ਸਰੀਰ ਕਰਕੇ ਨਾਨੀ ਜੀ ਨਾ ਹੋਣ। ਕਿਉਂਕਿ ਸੱਚੇ ਪਾਤਸ਼ਾਹ ਨੇ ਲੰਮਾ ਗੇੜਾ ਰੱਖਣਾ ਦੁਨੀਆ ਦਾ, ਸੰਸਾਰ ਨੂੰ ਉਤਾਰਨਾ। ਅੱਜ ਜਦੋਂ ਚੱਲ ਕੇ ਨਾਨਾ ਜੀ ਕੋਲ ਆਏ ਬਜ਼ੁਰਗ ਸੀ, ਉੱਠਦੇ ਚੱਲਗੇ, ਗੁਰੂ ਸਾਹਿਬ ਨੂੰ ਵੇਖਿਆ, ਕਹਿੰਦੇ ਪਹਿਲਾਂ ਤੇ ਗੋਡਿਆਂ ਤੋਂ ਫੜ ਕੇ ਤੱਕਦੇ ਰਹੇ, ਅੱਖਾਂ ਭਰ ਭਰ ਕੇ ਦੋਤੇ ਨੂੰ ਵੇਖਦੇ ਹਨ। ਅਕਰ ਭੁਜਾ ਨਿਜ ਕੰਠ ਲਗਾਇਓ, ਅਨੰਦ ਨੀਰ ਲੋਚਨ ਮਿਹ ਛਾਇਓ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਨਾ ਜੀ ਦੇ ਚਰਨਾਂ ਤੇ ਬੰਦਨਾ ਲੱਗੇ ਕਰਨ, ਉਹਨਾਂ ਨੇ ਮੋਢਿਆਂ ਤੋਂ ਫੜ ਕੇ ਕਹਿੰਦੇ, ਪੁੱਤ
ਚਰਨੀ ਹੱਥ ਨਾ ਲਾ, ਆ ਜਾ ਕਾਲਜੇ ਲੱਗ। ਕਹਿੰਦੇ ਗੁਰੂ ਸਾਹਿਬ ਨੂੰ ਜਦੋਂ ਗਲ ਨਾਲ ਲਾਇਆ ਨਾ ਨਾਨਾ ਜੀ ਨੇ, ਨੇਤਰ ਭਰਿਆ ਹੀ ਉਹਨਾਂ ਦੇ, ਤੇ ਮਨ ਵੈਰਾਗੀ ਸਤਿਗੁਰਾਂ ਦਾ ਵੀ ਹੋਇਆ। ਕਿਉਂ? ਕੋਈ ਮੋਹ ਹੈ? ਨਹੀਂ, ਮਰਦ ਵੀ ਉਹਨਾਂ ਨੂੰ ਪ੍ਰੇਮ ਕਰਦੇ ਨੇ ਜਿਹੜੇ ਰੱਬ ਨਾਲ ਜੁੜੇ ਰਹਿੰਦੇ ਨੇ। ਨਾਨਾ ਰਾਮਾ ਜੀ ਦੀ ਬੰਦਗੀ ਕਿੰਨੀ ਸੀ, ਕਦੇ ਇਤਿਹਾਸ ਪੜ੍ਹਿਓ ਪਤਾ ਲੱਗਣਾ ਹੈ। ਉਹਨਾਂ ਦੀ ਇੰਨੀ ਬੰਦਗੀ, ਇੰਨੀਆਂ ਅਰਦਾਸਾਂ ਸੀ, ਤਾਂ ਹੀ ਆਪ ਪਰਮਾਤਮਾ ਇਸ ਘਰ ਦੇ ਵਿੱਚ ਬੇਦੀਆਂ ਦੀ ਕੁੱਲ 'ਚ ਆਇਆ। ਖੇਡ ਥੋੜਾ ਹੈ। ਨਾਨੀ ਭਰਾਈ ਦੀ ਕਿੰਨੀ ਬੰਦਗੀ ਕਰਦੇ ਆ ਜੀ। ਇਹ ਸਾਰਾ ਜਦੋਂ ਆਪਾਂ ਸਮਝਾਂਗੇ ਨਾ, ਫੇਰ ਸਮਝ ਆਉਣੀ ਬੇਦੀ ਕੁੱਲ ਕੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਉੱਥੇ ਆਉਣਾ ਕਿਉਂ ਹੋਇਆ? ਬੜੇ ਲੋਕ ਗੱਲਾਂ ਕਰਦੇ ਇੱਧਰ ਉੱਧਰ ਦੀਆਂ, ਜਦੋਂ ਸੋਝੀ ਨਹੀਂ ਹੁੰਦੀ। ਹੁਣ ਨਾਨੀ ਜੀ ਵੇਖ ਕੇ ਨਾ ਬੜੇ ਪ੍ਰਸੰਨ, ਕਿਉਂਕਿ ਨਾਨਾ ਦੋਤਾ ਬੜੇ ਪਿਆਰ ਦੇ ਵਿੱਚ ਨੇ। ਤੇ ਗੁਰੂ ਸਾਹਿਬ ਸਭ ਤੋਂ ਵੱਧ ਜੇ ਗੱਲਬਾਤ ਕਰ ਰਹੇ ਨੇ ਅੱਜ, ਨਾਨਾ ਜੀ ਨਾਲ ਕਰਦੇ ਆ। ਕਹਿੰਦੇ ਬਜ਼ੁਰਗੋ ਅੱਖਾਂ ਕਿਉਂ ਭਰੀਆਂ ਨੇ? ਕਹਿੰਦੇ ਪੁੱਤ ਤਰਸ ਗਿਆ ਤੈਨੂੰ ਵੇਖਣ ਤੋਂ, ਤੂੰ ਤੇ ਆਇਆ ਹੀ ਨਹੀਂ ਕਦੇ। ਬੜਾ ਲੰਮਾ ਸਮਾਂ ਹੋ ਗਿਆ ਆਪਾਂ ਕਦੇ ਮਿਲੇ ਨਹੀਂ। ਬਿਖਤ ਨਾ ਕੋ ਜਾਤ ਕਤੀ ਨੀਰੇ, ਦੇਹਿਤ ਦੋਹਿਤ ਕੋ ਨਾ ਅੰਕ ਤੇ ਛੋਰੇ। ਆਪਣੇ ਦੋਤੇ ਨੂੰ ਛੱਡਿਆ ਨਾ ਬਾਹਾਂ ਦੇ ਵਿੱਚੋਂ, ਤੇ ਨਾਲੇ ਕਹੀ ਜਾਂਦੇ ਆ ਹੁਣ ਬਜ਼ੁਰਗਾਂ ਦਾ ਪਿਆਰ ਤੇ ਕਿਸਮਤ ਨਾਲ ਮਿਲਦਾ ਹੈ। ਕਹਿੰਦੇ ਪੁੱਤ ਕੋਈ ਮੰਗਣ ਵਾਲਾ ਨਹੀਂ ਦਿਸਦਾ, ਆਸੇ ਪਾਸੇ ਹੋਵੇ ਤੇ ਤੇਰੇ ਤੋਂ ਮਾਇਆ ਵਾਰਦਾ। ਬਜ਼ੁਰਗਾਂ ਦਾ ਸੁਭਾਅ ਹੁੰਦਾ, ਘੋੜੀਆਂ ਜਿਹੀਆਂ ਗੱਲਾਂ ਕਰਦੇ ਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੱਸੀ ਜਾਣ, ਉਹ ਛੱਡਣੀ ਨਾ। ਸਾਰਾ ਪਰਿਵਾਰ ਦੇਖੇ ਵੀ ਨਾਨਾ ਦੋਤਾ ਵੇਖੋ ਕਿਦਾਂ ਘਿਓ ਕੇ ਜੜੀ ਹੋਈ ਨੇ। ਕਿਵੇਂ ਇੱਕ ਵੇ ਕਹਾਣਾ, ਨਾਨੀ ਨਾਨਕ ਨਾਮ ਪਿਰਾਈ, ਇਨ ਆਨਨ ਤੇ ਗਿਰਾ ਅਲਾਈ। ਹੁਣ ਜਦੋਂ ਇਹ ਦ੍ਰਿਸ਼ ਵੇਖਿਆ ਸਤਿਗੁਰਾਂ ਦੀ ਨਾਨੀ ਭਰਾਈ ਜੀ ਆਖਣ ਲੱਗੀ ਵੇ ਪੁੱਤ ਨਾਨਕ, ਸਾਰਾ ਪਿਆਰ ਨਾਨੇ ਤੋਂ ਹੀ ਲੁਟਾ ਦੇਣਾ ਹੈ ਜਾਂ ਨਾਨੀ ਨੂੰ ਵੀ ਮਿਲੇਗਾ? ਸਬੱਬੀ ਗੱਲਾਂ ਹੁੰਦੀਆਂ ਪਰਿਵਾਰ ਦੀਆਂ। ਨਾ ਹੁਣ ਤੇ ਉਹ ਜਿਹੇ ਨਾਨਕੇ ਰਹੇ ਤੇ ਨਾ ਉਹ ਜਿਹੇ ਦਾਦਕੇ ਤੇ ਨਾ ਉਹ ਜਿਹੇ ਘਰ ਨਹੀਂ। ਪੁਰਾਣੇ ਸਮੇਂ ਦੇ ਵਿੱਚ ਭਾਈਚਾਰਾ ਬੜਾ ਸੀ, ਪ੍ਰੇਮ ਬੜਾ ਸੀ, ਜੋ ਸੀ ਅੰਦਰੋਂ ਬਾਹਰੋਂ ਇੱਕੋ ਹੀ ਸਨ, ਇਹ ਨਹੀਂ ਬਾਹਰੋਂ ਹੋਰ ਅੰਦਰੋਂ। ਜਦੋਂ ਨਾਨੀ ਜੀ ਨੇ ਸ਼ਬਦ ਆਖੇ ਨਾ, ਨਾਨਾ ਜੀ ਹੱਸ ਪਏ, ਕਿਉਂਕਿ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਵੀ ਆਓ ਨਾ ਪੁੱਤ, ਕਦੇ ਨਾਨੇ ਦੀ ਗੱਲ ਲੱਗੇ ਰਹਿਣਾ ਤੁਸੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾਨਾ ਜੀ ਛੱਡੋ ਫਿਰ ਮੈਨੂੰ, ਨਾਨੀ ਜੀ ਨੂੰ ਮਿਲਿਆ, ਉਹਨਾਂ ਦੇ ਚਰਨੀ ਦੀ ਬੰਦਨਾ ਕਰਨੀ। ਕਹਿੰਦੇ ਪੁੱਤ ਅਜੇ ਨਹੀਂ, ਅਜੇ ਮੇਰਾ ਮਨ ਨਹੀਂ ਭਰਿਆ। ਦੋਹਰਾ ਮੁਕਤ ਹੋ ਅਬ ਨਿਜ ਅੰਕ ਤੇ, ਕਰ ਸੁਨੇਹ ਤੁਮ ਲੀਨ, ਮਿਲਹਿ ਅਪਰ ਸੋ ਪ੍ਰੇਮ ਧਰ, ਬਿਰਹਿ ਕਰ ਸਭ ਛੀਨ। ਨਾਨੀ ਜੀ ਥੋੜੀ ਦੇਰ ਬਾਅਦ ਫੇਰ ਬੋਲੇ, ਪੁੱਤ ਆ ਜਾ, ਸਾਡਾ ਵੀ ਬਿਰਹਾ ਦੂਰ ਕਰ ਦੇ। ਹੁੰਦਾ ਪਿਆਰ, ਕਿਉਂਕਿ ਨਾਨੀ ਮਾਂ ਦੀ ਮਾਂ ਏ, ਉਹਦਾ ਵੀ ਕਿਤੇ ਨਾ ਕਿਤੇ ਨੇਹ ਹੁੰਦਾ। ਨੇਹ ਤੋਂ ਨਾਨੀ ਸ਼ਬਦ ਬਣਿਆ ਹੋਇਆ। ਤੇ ਮਾਮਾ ਕ੍ਰਿਸ਼ਨਾ ਜੀ ਕਹਿੰਦੇ ਨਾਨਕ ਜੀ ਪੁੱਤ ਸਾਡੇ ਕੋਲ ਕਦਮ ਹੈ, ਸਾਨੂੰ ਵੀ ਤੇ ਮਿਲ ਲਓ। ਤੇ ਨਾਨਾ ਜੀ ਕਹਿੰਦੇ ਜਾਂ ਮੈਂ ਨਹੀਂ ਛੱਡਦਾ, ਮੇਰਾ ਦੋਤਾ ਮੈਂ ਨਹੀਂ ਛੱਡਣਾ। ਤੇ ਗੁਰੂ ਸਾਹਿਬ ਨੂੰ ਉਹਨਾਂ ਨੇ ਗਲ ਨਾਲ ਲਾਇਆ, ਛੱਡਦੇ ਨਹੀਂ। ਮਰਦ ਨੇ ਕਿ ਆਪਣੇ ਨਾਨਾ ਜੀ ਨੂੰ ਗਲਵਕੜੀ ਚ ਲਿਆ ਹੋਇਆ। ਇਤਿਹਾਸ ਦੇ ਵਿੱਚ ਇਹ ਪਹਿਲੀ ਤੇ ਆਖਰੀ ਗਲਵਕੜੀ ਹੈ। ਇਹ ਤੋਂ ਬਾਅਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਦੇ ਵੀ ਨਾਨਾ ਜੀ ਦੀਆਂ ਬਾਹਾਂ ਵਿੱਚ ਨਹੀਂ ਆਉਣਗੇ। ਇਹ ਵੱਡੀਆਂ ਗੱਲਾਂ ਨੇ, ਕਿਉਂਕਿ ਮੁਲਾਕਾਤਾਂ ਬੜੀਆਂ ਹੋਣਗੀਆਂ, ਬੜੀ ਵਾਰ ਹੋਈਆਂ ਹੋਣਗੀਆਂ, ਪਰ ਜਿਹੜਾ ਅੱਜ ਦਾ ਸਮਾਂ ਦੱਸ ਰਹੇ ਨੇ ਨਾ ਭਾਈ ਬਾਲਾ ਜੀ, ਉਹਨਾਂ ਬਾਖੂਬੀ ਬੜਾ ਖੋਲ ਕੇ ਲਿਖੇ। ਇਹਨਾਂ ਕੌਤਕਾਂ ਨੂੰ ਸ਼ਾਰਟ 'ਚ ਵੀ ਸੁਣਾ ਸਕਦੇ ਸੀ, ਪਰ ਉਹਨਾਂ ਨੇ ਇਕੱਲੇ ਦਾ ਜ਼ਿਕਰ ਕਿਉਂ ਕੀਤਾ ਹੈ? ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸ ਤੋਂ ਪਹਿਲਾਂ ਵੀ ਕਦੇ ਨਾਨਕੇ ਪਰਿਵਾਰ ਨੂੰ ਏਦਾਂ ਨਹੀਂ ਮਿਲੇ। ਬੇਸ਼ੱਕ ਨਾਨਕੇ ਪਿੰਡ ਡੇਰਾ ਚਾਹਲ ਨੇੜੇ ਪੈਂਦਾ ਸੀ, ਗੁਰੂ ਸਾਹਿਬ ਨਹੀਂ ਸੀ ਕਦੇ। ਨਾਨਕੇ ਵਾਲੇ ਕਦੇ ਆਉਂਦੇ ਸੀ ਚੱਲ ਕੇ, ਤੇ ਸਤਿਗੁਰ ਕਦੇ ਘਰੋਂ ਬਾਹਰ ਹੁੰਦੇ ਸੀ, ਕਦੇ ਘਰ ਹੁੰਦੇ ਸੀ, ਮਾੜਾ ਮੋਟਾ ਬੁਲਾ ਲਿਆ ਮਿਲ ਲੈਂਦੇ ਸੀ। ਪਰ ਅੱਜ ਗੁਰੂ ਸਾਹਿਬ ਵੀ ਚਿੱਤ ਲਾ ਕੇ ਮਿਲਦੇ ਹਨ। ਸੋ ਪਈ ਮੈਂ ਨਾ ਤਜੋ ਰਾਮੀ ਬਚ ਭਾਖਾ, ਜਬਲੋ ਪੂਰਨ ਹੋਵੇ ਨਹੀਂ ਕਾਖਾ। ਸਤਿਗੁਰਾਂ ਦੀ ਨਾਨੀ ਜੀ ਨੇ ਤੀਜੀ ਵਾਰ ਆਵਾਜ਼ ਮਾਰੀ, ਨਾਨਾ ਜੀ ਕਹਿੰਦੇ ਮੈਂ ਨਹੀਂ ਛੱਡਦਾ, ਮੇਰਾ ਪ੍ਰੇਮ ਦੀਆਂ ਖੇਡਾਂ। ਅੱਜ ਕੱਲ ਨਾ ਤੇ ਕੋਈ ਨਾਨਾ ਨਾਨੀ ਕੋਲ ਰਹਿੰਦਾ ਤੇ ਨਾ ਕੋਈ ਬਿਠਾ ਕੇ ਰਾਜੀ ਆਖੋ ਸਤਿਨਾਮ। ਹੁਣ ਤੇ ਰਿਸ਼ਤਿਆਂ ਵਿੱਚ ਮਾਇਆ ਏ, ਪੈਸਾ ਏ,
ਟਾਈਮਿੰਗ ਹੈ, ਉਦੋਂ ਨਹੀਂ ਸੀ ਹੁੰਦਾ। ਉਦੋਂ ਨਾਨੇ ਨਾਨੀਆਂ ਵੀ ਦੋਤਿਆਂ ਤੋਂ ਜਾਨ ਵਾਰਦੇ ਸੀ ਤੇ ਦੋਤੇ ਵੀ ਪ੍ਰੇਮ ਕਰਦੇ ਸੀ। ਮੈਂ ਕਹਿੰਦਾ ਇੱਥੇ ਜਿਹਨੂੰ ਮਰਜ਼ੀ ਪੁੱਛ ਲਓ, ਨਾਨਕੇ ਕੌਣ ਕਿੰਨੀ ਕੁ ਵਾਰ ਜਾਂਦਾ ਹੈ? ਕਿਸੇ ਕੋਲ ਸਮਾਂ ਨਾ, ਨਾਨਕਿਆਂ ਕੋਲ ਸਮਾਂ ਨਾ ਦਾਦਕਿਆਂ ਕੋਲ। ਅੱਜ ਕੱਲ੍ਹ ਤੇ ਭਰਾ ਭਰਾ ਨਾਲ ਨਹੀਂ ਬੋਲਦਾ, ਬੁਰੇ ਹਾਲ ਨੇ। ਪਰ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇੱਜ਼ਤ ਕਰਦੇ ਨੇ, ਸਤਿਕਾਰ ਕਰਦੇ ਨੇ। ਜਦੋਂ ਤੱਕ ਨਾਨਾ ਜੀ ਨੇ ਨਹੀਂ ਛੱਡਿਆ ਤੇ ਮਰਦ ਨਹੀਂ ਹਟੇ, ਕਿਉਂਕਿ ਉਹ ਭਗਤੀ ਵਾਲੀ ਗੋਦ ਨੇ, ਬੰਦਗੀ ਵਾਲੇ ਨੇ। ਆਪਣੇ ਦੋਤੇ ਨੂੰ ਏਦਾਂ ਲਿਪਟੇ ਹੋਏ ਸੀ ਜਿਵੇਂ ਚੰਦਨ ਤੇ ਸੱਪ ਲਿਪਟਦਾ ਏ। ਤਬੈ ਵਿਛੋਰੂ ਆਪਣੇ ਉਸੋਂ ਸੇਵਾਰੂ ਧਨ ਬਹੁ ਨਿਜ ਕਰ ਸੋ। ਨਾਨਾ ਜੀ ਨੇ ਸ਼ਰਤ ਰੱਖਤੀ, ਕਹਿੰਦੇ ਮੈਂ ਉਦੋਂ ਤੱਕ ਨਹੀਂ ਛੱਡਦਾ ਜਦੋਂ ਤੱਕ ਕੋਈ ਮੰਗਤਾ ਮੰਗਣ ਵਾਲਾ ਨਹੀਂ ਆਉਂਦਾ ਤੇ ਮੈਂ ਆਪਣੇ ਦੋਤੇ ਤੋਂ ਧਨ ਨਾ ਵਾਰਦੇ, ਮਾਇਆ ਨਾ ਵਾਰਦੇ। ਇਹਦੇ ਕੰਮ ਕਸੂਤਾ ਹੋ ਗਿਆ, ਕਿਉਂਕਿ ਅਜੇ ਹੁਣੇ ਹੁਣੇ ਆਏ ਨੇ, ਕੋਈ ਮੰਗਣ ਵਾਲਾ ਨਹੀਂ ਆਇਆ। ਜਿੱਦਣ ਸ਼ਗਨ ਦਾ ਸਮਾਂ ਸੀ ਉਦੋਂ ਬਹੁਤ ਆਈ ਸੀ, ਕਿਉਂਕਿ ਅਜੇ ਪਰਿਵਾਰ ਮਿਲ ਰਹੇ ਨੇ, ਰਿਸ਼ਤੇਦਾਰ ਮਿਲ ਰਹੇ ਨੇ। ਇਸ ਕਰਕੇ ਕੋਈ ਮੰਗਤਾ ਨੇੜੇ ਨਹੀਂ ਸੀ, ਕੋਈ ਮੰਗਣ ਵਾਲਾ ਨਹੀਂ ਸੀ, ਕੋਈ ਲਾਗੀ ਕੋਲੇ ਨਹੀਂ ਸੀ। ਸਤਿਗੁਰਾਂ ਦੇ ਨਾਨਾ ਜੀ ਨੇ ਜਦੋਂ ਸ਼ਰਤ ਰੱਖੀ, ਕਹਿੰਦੇ ਪਹਿਲਾਂ ਕੋਈ ਮੰਗਣ ਵਾਲਾ ਲੈ ਕੇ ਆਓ। ਜਦੋਂ ਤੱਕ ਮੈਂ ਆਪਣੇ ਦੋਤੇ ਤੋਂ ਮਾਇਆ ਨਹੀਂ ਵਾਰਦਾ, ਉਦੋਂ ਤੱਕ ਮੈਂ ਛੱਡਣਾ ਨਹੀਂ। ਸੁਨਤ ਪਿਆਈ ਬਚਨ ਅਲਾਵੇ ਕਰਹੁ ਨਿਸ਼ਾਵਰ ਜੋ ਮਨ ਭਾਵੇ। ਤੇ ਫੇਰ ਸਤਿਗੁਰਾਂ ਦੇ ਨਾਨੀ ਜੀ ਬੋਲੇ, ਬੜੀ ਪਿਆਰ ਦੀ ਨੋਕ ਝੋਕ ਭਾਈ ਬਾਲਾ ਜੀ ਦੱਸ ਰਹੇ ਨੇ ਨਾਨਾ ਤੇ ਨਾਨੀ ਜੀ ਦੀ। ਕਹਿੰਦੇ ਠੀਕ ਹੈ, ਜੋ ਤੁਹਾਡੇ ਕੋਲੇ ਆ ਸਾਰਾ ਵਾਰ ਤੋਂ, ਮੈਂ ਤੇ ਕਹਿਣਾ ਇਹ ਤੋਂ ਵੀ ਜ਼ਿਆਦਾ ਵਾਰ ਤੋਂ ਨਾਨੀ ਜੀ ਦੇ ਵਚਨ ਸੀ। ਪਰ ਵਾਰਿਓ ਚੱਜ ਨਾਲ, ਇਹ ਨਾ ਹੋਵੇ ਵੀ ਦੋ ਕੁ ਸਿੱਕੇ ਸੁੱਟ ਕੇ, ਦੋ ਕੁ ਨੋਟ ਸੁੱਟ ਕੇ ਆ ਕੇ ਚੱਲ ਪੁੱਤ ਵਾਰਨ ਤੇ ਆਇਓ, ਦਿਲ ਖੋਲ ਕੇ ਇਹਨਾਂ ਤੋਂ ਮਾਇਆ ਵਾਰੋ। ਰਾਮਾ ਕਹਿ ਕੋ ਆਏ ਨ ਮੰਗਣ ਦੇਉ ਨਿਸ਼ਾਵਰ ਕਰ ਕੇ ਆਂਗਣ। ਇਸ ਵੇਲੇ ਜੈ ਰਾਮ ਜੀ ਦੇ ਵਿਹੜੇ ਦੇ ਵਿੱਚ ਇੱਕ ਹਾਸਾ ਪਿਆ ਹੋਇਆ ਹੈ। ਨਾਨਾ ਜੀ ਨੇ ਸ਼ਰਤ ਰੱਖਤੀ, ਕਹਿੰਦੇ ਜਦੋਂ ਤੱਕ ਮੰਗਣ ਵਾਲਾ ਨਹੀਂ ਆਉਂਦਾ ਮੈਂ ਆਪਣੇ ਦੋਤੇ ਨੂੰ ਨਹੀਂ ਛੱਡਦਾ। ਪਹਿਲਾਂ ਬੁਲਾ ਲਓ, ਉਹ ਛੱਡ ਦੇ। ਹੱਸਦੇ ਸਾਰੇ। ਪਰਮਾਨੰਦ ਬੋਲੇ, ਜੈ ਰਾਮ ਜੀ ਦੇ ਪਿਤਾ, ਕਹਿੰਦੇ ਭਾਈ ਨਾਨਾ ਮਿਲਿਆ ਹੀ ਦੋਤੇ ਨੂੰ ਬੜੇ ਲੰਮੇ ਸਮੇਂ ਬਾਅਦ ਹੈ, ਜਾਇਜ਼ ਹੈ, ਨਾਨੇ ਕੋਲ ਮਾਇਆ ਬਹੁਤ ਹੈ। ਜਦੋਂ ਤੱਕ ਜੇਬਾਂ ਢਿੱਲੀਆਂ ਨਹੀਂ ਹੁੰਦੀਆਂ, ਹਲਕੀਆਂ ਨਹੀਂ ਹੁੰਦੀਆਂ, ਉਦੋਂ ਤੱਕ ਪਿਆਰ ਜਤਾਉਂਦੇ ਰਹਿਣਗੇ। ਤਬਹਿ ਨਾਨਕੀ ਤੁਲਸਾ ਦਾਸੀ ਪਠਈ ਜਾਚਕ ਅਨਹੋ ਪਾਸੀ। ਉਸ ਵੇਲੇ ਭੈਣ ਨਾਨਕੀ ਨੇ ਤੁਲਸਾ ਦਾਸੀ ਨੂੰ ਕੋਲ ਬੁਲਾਇਆ, ਕਿਉਂਕਿ ਤੁਲਸਾ ਦਾਸੀ ਪਹਿਲਾਂ ਰਾਏਪੁਰ ਦੀ ਤਲਵੰਡੀ ਸੀ। ਜਦੋਂ ਸਤਿਗੁਰਾਂ ਦੇ ਪਿਤਾ ਜੀ ਆਏ ਨੇ, ਉਹਨਾਂ ਤੋਂ ਕੁਝ ਮਹੀਨੇ ਪਹਿਲਾਂ ਭੈਣ ਨਾਨਕੀ ਜੀ ਦੇ ਕੋਲ ਆਏ ਨੇ। ਕਦੇ ਉਹ ਇੱਥੇ ਆ ਜਾਂਦੇ ਸੀ, ਕਦੇ ਉੱਥੇ ਚਲੇ ਜਾਂਦੇ ਸੀ। ਤੁਲਸਾ ਦਾਸੀ ਨੂੰ ਕੋਲ ਬੁਲਾ ਕੇ ਆਖੇ, ਕਹਿੰਦੇ ਜਾ ਫਲਾਣੇ ਘਰ ਤੋਂ ਫਲਾਣੇ ਨੂੰ ਬੁਲਾ ਕੇ ਲੈ ਗਿਆ, ਮੰਗਣ ਵਾਲੇ ਕੁਛ ਵਧਾਈ ਮੰਗਣ ਵਾਲੇ ਹੁੰਦੇ ਆ। ਤੁਲਸਾ ਦਾਸੀ ਦੌੜੀ ਦੌੜੀ ਗਈ। ਇਹ ਬੜੀ ਭਗਤੀ ਵਾਲੀ ਮੂਰਤ ਹੈ ਦਾਸੀ ਤੁਲਸਾ। ਇਹ ਉਹ ਕਰਮਾਂ ਵਾਲੀ ਹੈ ਜਿੱਤੇ ਇੱਕ ਦਿਨ ਗੁਰੂ ਨਾਨਕ ਸਾਹਿਬ ਤੁਰਠਣਗੇ, ਜਿਹਨੂੰ ਬ੍ਰਹਮ ਗਿਆਨੀ ਬਣਾ ਦੇਣਗੇ। ਆਖੋ ਸਤਿਨਾਮ। ਇਹ ਤੁਲਸਾ ਬ੍ਰਹਮ ਗਿਆਨੀ ਹੋਈ ਹੈ, ਪਰ ਅਜੇ ਉਹ ਸਮਾਂ ਨਹੀਂ ਆਇਆ। ਅਜੇ ਤੱਕ ਭਗਤ ਨਹੀਂ ਹੈ, ਭਗਤੀ ਕਰ ਰਹੀ ਹੈ, ਇਬਾਦਤ ਕਰਦੀ ਹੈ। ਕਹਿੰਦੇ ਹਰ ਗੱਲ ਲਈ ਉਹ ਸਾਵਧਾਨ ਰਹਿੰਦੀ ਸੀ, ਕਦੇ ਅੱਗੇ ਨਹੀਂ ਬੋਲੀ, ਕਦੇ ਜਵਾਬ ਨਹੀਂ ਦਿੱਤਾ ਕਿਸੇ ਨੂੰ, ਭਾਵੇਂ ਕਿ ਉਹਨੇ ਕਦੇ ਪੈਸੇ ਵੀ ਨਹੀਂ ਸੀ ਲਏ। ਜਿਹੜੀਆਂ ਦਾਸੀਆਂ ਹੁੰਦੀਆਂ ਸੀ ਤਨਖਾਹਾਂ ਥੋੜਾ ਲੈਂਦੀਆਂ ਸੀ। ਤਨਖਾਹ ਲੈਣ ਵਾਲੇ ਨੌਕਰ ਹੁੰਦੇ ਆ, ਜਿਹੜੇ ਦਾਸ ਤੇ ਦਾਸੀਆਂ ਹੁੰਦੀਆਂ ਉਹ ਪ੍ਰੇਮ ਦੇ ਬੱਚੇ ਹੁੰਦੇ ਆ। ਤੁਲਸਾ ਦਾਸੀ ਇਸ ਪਰਿਵਾਰ ਦਾ ਇੱਕ ਅਨਿਖੜਵਾਂ ਅੰਗ ਹੈ। ਜਦੋਂ ਉਸ ਦਾਸੀ ਨੂੰ ਕੋਲ ਬੁਲਾਇਆ, ਕਹਿੰਦੇ ਉਹ ਬੜੇ ਪਿਆਰ ਨਾਲ ਭੱਜੀ ਗਈ। ਉਹਨੂੰ ਵੀ ਤੇ ਚਾਅ ਨੂੰ ਸੱਤ ਸ਼ਹਿਰ ਸਤਿਗੁਰਾਂ ਦੇ ਵਿਆਹ ਦਾ ਚਾਅ, ਉਹਨੂੰ ਵੀ ਪਰਿਵਾਰ ਤੋਂ ਜ਼ਿਆਦਾ ਏ। ਜਬ ਜਾਚਕ ਜਾਣੇ ਤਹਿ ਆਈ 20 ਰੁਪਈਨ ਟਕੇ ਮੰਗਾਏ। ਹੁਣ ਜਿਸ ਵੇਲੇ ਤੁਲਸਾ ਦਾਸੀ ਗਈ, ਉਹਨੇ ਕਈ ਘਰਾਂ ਨੂੰ ਸੱਦਾ ਦਿੱਤਾ, ਇੱਕ ਨੂੰ ਨਹੀਂ ਕਿਹਾ। ਸਾਰੇ ਦੇਖਦੇ ਆ ਵੀ ਨਾਨਾ ਜੀ ਕਿੰਨਿਆਂ ਨੂੰ ਪੈਸੇ ਦੇਣਗੇ। ਆਖੋ ਸਤਿਨਾਮ। ਵਿਆਹਾਂ ਸ਼ਗਨਾਂ ਚ ਕਿ ਹਾਸੇ ਮਖੌਲ ਬੜੇ ਹੁੰਦੇ ਸੀ, ਪਰ ਇੱਕ ਲਿਮਟ ਚ ਹੁੰਦੇ ਸੀ। ਅੱਜ ਵਰਗੇ ਨਹੀਂ। ਅੱਜ ਦੇ ਹਾਸਿਆਂ ਨੂੰ ਵੇਖ ਕੇ ਤੇ ਕਈ ਵਾਰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।
ਬੰਦਾ ਆਪਣੇ ਆਪ ਨੂੰ ਬਾਅਦ ਚੋਂ ਕੋਸਦਾ ਯਾਰ ਵੀ ਜਿੱਥੇ ਮੈਂ ਗਿਆ ਸੀ ਉਹਨਾਂ ਦਾ ਚਾਲ ਚੱਲਣ ਠੀਕ ਨਹੀਂ ਸੀ ਵਧਿਆ। ਅੱਜ ਕੱਲ੍ਹ ਦੇ ਹਾਲਾਤ ਇਦਾਂ ਦੇ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਮਾਡਰਨ ਸਿੱਧ ਕਰਨ ਵਾਸਤੇ ਉਹ ਹੱਦਾਂ ਵੀ ਟੱਪ ਗਏ ਜਿਨ੍ਹਾਂ ਵਿੱਚ ਰਿਸ਼ਤਿਆਂ ਦੇ ਖੂਨ ਤੇ ਕਾਣ ਹੋ ਗਏ। ਪਰ ਉਹਨਾਂ ਸਮਿਆਂ 'ਚ ਸਿਰਫ ਹਾਸੇ ਹੁੰਦੇ ਸੀ ਦੂਰੋਂ ਦੂਰੋਂ, ਹਰ ਰਿਸ਼ਤੇ ਦੀ ਇੱਜ਼ਤ ਕਰਕੇ ਸਤਿਕਾਰ ਕਰਕੇ। ਜਦੋਂ ਕਹਿੰਦੇ ਤੁਰ ਸੰਦਾ ਸੀ 5-7 ਨੂੰ ਲੈ ਆਈ ਤੇ ਨਾਨਾ ਜੀ ਨੇ ਵੇਖਿਆ ਵੀ ਮੈਂ ਤੇ ਕਿਹਾ ਸੀ ਕਮੰਗਣ ਵਾਲਾ ਹੋਊਗਾ, ਇਹਦੀ ਖੇਡ ਖੇਡ ਗਈ, ਕਈ ਬੰਦੇ ਬੁਲਾ ਲਏ। ਉਹਨਾਂ ਨੇ ਨਾ ਫਿਰ ਉਸ ਵੇਲੇ 20 ਰੁਪਏ ਕੱਢੇ ਜੇਬ 'ਚ। ਉਦੋਂ ਦੇ 20 ਰੁਪਏ ਬੜੀ ਵੱਡੀ ਚੀਜ਼ ਸੀ। ਜਦੋਂ ਟਾਕੇ ਚੱਲਦੇ ਸੀ, ਕਾਰ ਖਿੱਚ ਚੱਲਦੇ ਸੀ, ਜਿੰਨਾ ਸਮਿਆਂ ਦੇ ਵਿੱਚ ਛੋਟੇ ਛੋਟੀਆਂ ਕੌਡੀਆਂ ਦਾ ਬੜਾ ਵੱਡਾ ਮੁੱਲ ਹੁੰਦਾ ਸੀ। ਰੁਪਈਏ 20 ਕੱਢ ਕੇ ਕਹਿੰਦੇ ਇਹਨਾਂ ਨੂੰ ਤੋੜੋ ਜਿੱਦਾਂ ਆਪਾਂ ਚੇਂਜ ਲੈ ਜਾਂਦੇ ਹਾਂ। ਨਾਨਾ ਜੀ ਨੇ ਉਸ ਵੇਲੇ 20 ਰੁਪਏ ਦੇ ਕੇ ਪੈਸੇ ਖੁੱਲੇ ਕਰਾਏ ਨੇ। 10 ਕੋ ਨਾਨੀ 500 ਮਾਮਾ ਕਰਮੇ ਨਿਸ਼ਾਵਰ ਸਿਰ ਸੁਖ ਧਾਮਾ। ਪਰ ਅਜੇ ਵੀ ਸਤਿਗੁਰਾਂ ਨੂੰ ਸੁੱਖਾਂ ਦੇ ਘਰ ਨੂੰ ਨਾਨਾ ਜੀ ਨੇ ਛੱਡਿਆ ਨਾ। ਕਹਿੰਦੇ 10 ਰੁਪਏ ਨਾਨੀ ਜੀ ਨੇ ਬੋਲੇ, ਨਾਨੀ ਭਰਾਈ ਦੀ ਲਾਗੇ ਪੈਸੇ ਵਾਰ ਘੁਮਾ ਘੁਮਾ ਕੇ ਸੁਣਦੇ ਆ, ਚਾਹ ਹੁੰਦਾ ਨਾ ਕਿਹਾ। ਤੇ 5 ਰੁਪਏ ਮਾਮਾ ਕ੍ਰਿਸ਼ਨਾ ਜੀ ਦੇ ਹਿੱਸੇ ਆ ਗਏ ਤੇ 5 ਨਾਨਾ ਜੀ ਦੇ ਰੱਖਣੇ। ਕਹਿੰਦੇ ਮੇਰੀ ਵੀ ਤੇ ਵਾਰੀ ਆਉਣੀ ਹੈ, ਮੈਂ ਵੀ ਤੇ ਵਾਰਨੇ ਆ। ਕਹਿੰਦੇ 5 ਰੁਪਏ ਮਾਮਾ ਕ੍ਰਿਸ਼ਨਾ ਜੀ ਨੇ ਰਜਤ ਪਾਣੂ ਨਾ ਸਮਝਿਆ। ਅੱਜ ਦੇ ਸਮੇਂ ਰੁਪਈਆ ਕਹਿ ਲੋ, ਉਦੋਂ ਰੁਪਈਏ ਨਹੀਂ ਸੀ ਹੁੰਦੇ। ਜੋ ਗੁਰੂ ਸਾਹਿਬ ਨੇ ਲੰਗਰ ਲਾਇਆ 20 ਰੁਪਏ ਦਾ, ਆਪ ਜੀ ਨੇ ਸੁਣਿਆ ਉਦੋਂ 20 ਰੁਪਏ ਕਿੱਥੇ ਸੀ। ਕਹਿੰਦੇ 1900 ਤੋਂ ਬਾਅਦ ਇਹਨਾਂ ਦਾ ਨਾਮ ਰੁਪਈਏ ਪਿਆ ਹੈ। ਉਹਨਾਂ ਸਮਿਆਂ ਵਿੱਚ ਚੱਲਦੀ ਸੀ ਰਜਤਪਣ ਕਹਿ ਲੋ ਰੁਪਈਆ, ਪਰ ਉਦੋਂ ਦਾ ਨਾਮ ਰਜਤਪਣ ਸੀ। ਕਹਿੰਦੇ 5 ਰਜਤਪਣ ਉਹਨਾਂ ਨੇ ਵਾਰੇ, 10 ਨਾਨੀ ਜੀ ਨੇ ਵਾਰਤੇ, 5 ਨਾਨਾ ਜੀ ਨੇ ਆਪਣੇ ਕੋਲ ਰੱਖ ਲਏ। ਅੰਗਨ ਮਿਹੇ ਮੰਗਨ ਸਨ ਪੂਰਾ ਲੇਵਨ ਹੀਤ ਪੀਰ ਭੀ ਪੂਰਾ। ਜਦੋਂ 5-4 ਮੰਗਣ ਵਾਲੇ ਆਏ ਕਹਿੰਦੇ ਰੌਲਾ ਪੈ ਗਿਆ, ਧੱਕਾ ਪੈ ਗਿਆ, ਪੈਸੇ ਲੁੱਟਣ ਲੱਗ ਗਏ, ਫੜਨ ਲੱਗੇ ਵਾਂ। ਤੇ ਫਿਰ ਨਾਨਾ ਜੀ ਨੇ ਆਪਣੇ ਦੋਤੇ ਨੂੰ ਛੱਡਿਆ ਤੇ ਸਿਰ ਤੋਂ ਵਾਰ-ਵਾਰ ਮਾਇਆ ਸੁੱਟ ਦੇਗਾ। ਖੁਸ਼ੀ ਬੜੀ ਸੀ, ਪ੍ਰੇਮ ਬੜਾ ਸੀ। ਪਰ ਮੇਰੇ ਪਾਤਸ਼ਾਹ ਉਹ ਨੇ ਨਾ ਕਦੇ ਮਾਇਆ ਕਮਾਈ, ਨਾ ਕਦੇ ਕੋਲ ਰੱਖੀ, ਨਾ ਕਦੇ ਗਵਾਈ ਤੇ ਨਾ ਕਦੇ ਉਡਾਈ। ਮਾਇਆ ਨਾਲ ਤੇ ਕੋਈ ਨਹੀਂ, ਲੈਣ ਦੇਣ ਕੋਈ ਨਹੀਂ ਤੇ ਖੁਸ਼ੀ ਵੀ ਇਸ ਗੱਲ ਦੀ ਕੋਈ ਨਹੀਂ ਵੀ ਸਾਡੇ ਸਿਰ ਤੋਂ ਮਾਇਆ ਵਾਰੀ ਜਾਂਦੀ ਹੈ। ਆਨ ਗਰਭ ਕਿਸਨੇ ਪਿਤ ਪੁੱਛਾ ਦਿਓ ਸਭਿਨ ਕੋ ਤਜਿਓ ਨਾ ਸੂਛਾ। ਫਿਰ ਸਤਿਗੁਰਾਂ ਦੇ ਮਾਮਾ ਕ੍ਰਿਸ਼ਨਾ ਜੀ ਆਪਣੇ ਪਿਤਾ ਰਾਮਾ ਜੀ ਕੋਲ, ਜੋ ਸਤਿਗੁਰਾਂ ਦੇ ਨਾਨਾ ਜੀ ਕਹਿੰਦੇ ਬਾਪੂ ਮਾਇਆ ਤੇ ਜਿਹੜੀ ਵਾਰਨੀ ਸੀ ਲੱਗ ਚੀਜ਼ ਹੈ, ਆ ਜਿਹੜੇ ਬੈਠੇ ਇਹਨਾਂ ਨੂੰ ਹੁਣ ਫਿਰ ਦਾਨ ਵੀ ਦਿਓ। ਆਖੋ ਸਤਿਨਾਮ। ਉਹ ਆਪਣੇ ਬਾਪੂ ਦੀ ਜੇਬ ਖਾਲੀ ਕਰਨ ਨੂੰ ਕਰਦੇ ਆ। ਇਹ ਪ੍ਰੇਮ ਸੀ ਪੁਰਾਣੇ, ਕਿਉਂਕਿ ਨਾਨਕੇ ਜੀ ਨਾਨਕਿਆਂ ਦਾ ਫਰਜ਼ ਹੈ ਦੋਤੇ ਤੋਂ ਵਾਰਨੀ ਹੈ ਮਾਇਆ। ਅੱਗੇ ਇਦਾਂ ਦੀ ਮਾਇਆ ਹੁੰਦੀ ਸੀ, ਹੁਣ ਡੀਜੀ ਵਾਲੇ ਬੁਲਾ ਲਓ, ਆਰਕੈਸਟਰਾ ਬੁਲਾ ਲਓ, ਫਲਾਣਾ ਕਲਾਕਾਰ ਬੁਲਾ ਲਓ, 10 ਲੱਖ ਦੇ ਦਿਓ। ਭਾਈ ਪੈਲਸ ਕਿੰਨੇ ਦਾ ਕੀਤਾ ਹੈ? ਬਸ ਬਾਬਾ ਜੀ 30 ਲੱਖ ਰੁਪਇਆ ਬੁਕਿੰਗ ਦਾ ਲੱਗ ਗਿਆ। ਕਿੰਨੇ ਘੰਟੇ ਆ? ਤੁਸੀਂ ਇਹ ਵੇਖੋ ਵੀ ਕਿੱਡਾ ਫੁਕਰਪਣਾ ਲੋਕਾਂ ਦੇ ਵਿੱਚ। 2-2 4-4 ਘੰਟੇ ਦੇ ਵਿੱਚ ਲੋਕੀ 60 ਲੱਖ ਫੂਕ ਦਿੰਦੇ ਨੇ ਇੱਕ ਦਿਨ ਚ। 4 ਤੋਂ 5 ਘੰਟੇ ਹੀ ਹੁੰਦੇ ਆ ਤੇ ਇੰਨਾ ਫੂਕ ਕੇ ਦੱਸੋ ਫਿਰ ਉਹ ਕਿਹੜਾ ਦੀਵਾਲੀ ਆਪਾਂ ਨੂੰ ਵਿਖਾਉਂਦੇ ਆ ਵੀ ਅਸੀਂ ਵੱਡੇ ਆ। ਅੱਜ ਸਿਰਫ ਸਾਡੇ ਕੋਲ ਫੋਕੀਆਂ ਟੌਰਾਂ ਰਹੀਆਂ, ਅੱਗੇ ਸੀ ਵਿਰਾਸਤਾਂ, ਅੱਗੇ ਸੀ ਸਿਆਣਤਾਂ। ਉਹ ਕੰਮ ਕੀਤੇ ਜਾਂਦੇ ਸੀ ਜਿਹਦੇ ਵਿੱਚ ਦੇਖੋ ਨਾ ਗਰੀਬਾਂ ਨੂੰ ਵੰਡ ਰਹੇ ਆ, ਗਰੀਬ ਪ੍ਰਫੁੱਲਤ ਹੋ ਰਹੇ ਆ। ਤੇ ਸਾਡੇ ਵਿਆਹਾਂ ਵਿੱਚ ਗਰੀਬ ਵਿਚਾਰੇ ਪੈਲਸ ਤੋਂ ਬਾਅਦ ਡੋਲੂ ਲਈ ਫਿਰਦੇ ਨੂੰ ਗਾਲਾਂ ਕੱਢਦੇ ਫਿਰਦੇ। ਤੇ ਜਿਹੜਾ ਮੇਰੇ ਵਰਗਾ ਰੱਜਿਆ ਆਇਆ ਹੁੰਦਾ, ਪਤਾ ਹੁੰਦਾ ਵੀ 1100-2100 ਪਾਉ, ਬਾਹ ਫੜ ਕੇ ਭਾਜੀ ਇੱਕ ਥੋੜਾ ਜਿਹੇ ਪਕੌੜੇ ਖਾ, ਫਲਾਣੀ ਚੀਜ਼ ਖਾ ਲਓ, ਡੱਬਾ ਲੈ ਜਾਓ। ਦੁਨੀਆ ਸਿਰਫ ਰੱਜੇ ਨੂੰ ਰਜਾਉਂਦੀ ਆ, ਭਰਿਆਂ ਨੂੰ ਭਰਦੀ ਹੈ, ਖਾਲੀ ਦਾ ਗਾਹਕ ਕੋਈ ਨਹੀਂ। ਆਖੋ ਸਤਿਨਾਮ। ਅੱਜ ਵੀ ਵੇਖ ਲਓ ਲੰਗਰ ਅਸੀਂ ਉਹਨਾਂ ਲੋਕਾਂ ਨੂੰ ਖਵਾਉਂਦੇ ਆ ਸੜਕਾਂ ਤੇ ਜਿਹੜੇ ਰੱਜ ਕੇ ਆਏ ਹੁੰਦੇ ਆ। ਕਦੇ ਕਿਸੇ ਨੇ ਕਿਸੇ ਭੁੱਖੇ ਨੂੰ ਰੋਟੀ ਖਵਾਈ, ਲੋੜਵੰਦ ਨੂੰ ਖਵਾਈ। ਕੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਸੰਦਰਭ ਸੀ, ਇਹ ਕਾਰਜ ਸੀ ਉਹਨਾਂ ਦਾ ਵੀ ਰੱਜਿਆਂ ਨੂੰ ਠੂਸੀ ਚਲੋ, ਘਰੇ ਸਾਡੇ ਖੰਡ ਪਾਠ ਸਾਹਿਬ ਹੋ ਗਏ। ਰੱਜਿਆਂ ਨੂੰ ਅਸੀਂ ਉਹ ਚੀਜ਼ਾਂ ਖਵਾਉਣੀਆਂ ਜਿਹੜੇ ਵਿਚਾਰੇ ਬਾਹਰ ਬੈਠੇ ਉਹਨੂੰ ਝੜਕੇ ਦੇਈਦਾ, ਬਾਅਦ ਚੋਂ ਆਏ ਹੋਏ। ਕਿਉਂ ਬਈ? ਕੀ ਪਤਾ ਸਤਿਗੁਰੂ ਉਹਨਾਂ ਵਿੱਚ ਹੀ ਬੈਠੇ ਹੋਣਗੇ, ਉਹਨਾਂ ਵਿੱਚ ਹੀ ਵਰਤੇ ਹੋਣ। ਗੁਰੂ ਇਦਾਂ ਹੀ ਪਰਖਦੇ ਆ। ਗੁਰੂ ਕਲਗੀਧਰ ਪਾਤਸ਼ਾਹ ਨੇ ਬੜੀ ਵਾਰ ਪਰਖੇ ਸੀ ਅਨੰਦਪੁਰ ਸਾਹਿਬ ਦੇ ਲੰਗਰ ਮੰਗਣ ਵਾਲਿਆਂ ਦਾ ਰੂਪ ਧਾਰਨ ਕਰਕੇ, ਤੇ ਵੱਡਿਆਂ ਨੂੰ ਛੱਡ ਕੇ ਆ ਗਏ ਸੀ। ਕਹਿੰਦੇ ਹੁਣ ਇੱਥੇ ਜਿਹੜਾ ਵੰਡਿਆ ਜਾਂਦਾ, ਦੇਖੋ ਮਾਇਆ ਇਹ ਬਰਬਾਦੀ ਨਹੀਂ ਹੈ, ਕਿਸੇ ਦਾ ਘਰ ਬਣ ਰਿਹਾ, ਲੋੜਵੰਦਾਂ ਨੂੰ ਬਰਾਬਰ ਵੰਡੀ ਜਾ ਰਹੀ ਹੈ।
नाना जी को ਜਦੋਂ ਇਹ ਬਚਨ ਕਹੀ ਨਾ ਉਹਨਾਂ ਦੇ ਪੁੱਤਰ ਨੇ ਕਹਿੰਦੇ ਪੁੱਤ ਚਿੰਤਾ ਕਾਹਦੋਂ ਕਰਦਾ ਹੈ, ਕੱਢ ਕੇ ਲਿਆ ਲਾਲ ਖੇਲੀ। ਅੱਗੇ ਵਿਆਹਾਂ ਦੇ ਵਿੱਚ ਲਾਲ ਰੰਗ ਦੀਆਂ ਗੁਠਲੀਆਂ ਹੁੰਦੀਆਂ ਸੀ, ਗੁਠਲੀਆਂ ਜਿਨ੍ਹਾਂ ਵਿੱਚ ਮਾਇਆ ਪਾ ਕੇ ਰੱਖਦੇ ਸੀ, ਜੋ ਵਾਰੀ ਤੇ ਦਾਨ ਕੀਤੀ ਜਾਂਦੀ ਸੀ। ਯੋ ਨਾਨਕੇ ਉਤਸਵ ਭੂਰੀ ਵਿਆਹੇ ਸਮਾਨ ਜੋ ਹੈ ਬਿਦਰੂਰੀ। ਹੁਣ ਇੱਥੇ ਜਦੋਂ ਵਿਆਹ ਵਾਂਗ ਬਹੁਤ ਵੱਡਾ ਕਾਰਜ ਹੋ ਗਿਆ, ਸ਼ਗਨ ਦਾ ਹੀ ਏਡਾ ਵੱਡਾ ਕਾਰਜ ਹੈ, ਵੇਦੀਆਂ ਦੀ ਵੰਸ ਦਾ। ਗੁਰੂ ਸਾਹਿਬ ਨਾਨਾ ਜੀ ਦੇ ਕੋਲ ਆਏ, ਨਾਨੀ ਭਰਾਈ ਦੇ ਚਰਨਾਂ ਤੇ ਲੰਮਿਆਂ ਪੈ ਕੇ ਡੰਡੌਤ ਕਰਦੀ। ਨਾਨੀ ਜੀ ਰੋ ਪਏ, ਅੱਖਾਂ ਭਰ ਗਏ, ਕਹਿੰਦੇ ਪੁੱਤ ਏਦਾਂ ਨਾ ਕਰ, ਕਾਲਜੇ ਲੱਗ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਾਨੀ ਜੀ ਨੂੰ ਗਲਵਕੜੀ ਚ ਲਿਆ, ਬੜਾ ਪਿਆਰ, ਮਿੱਠੀਆਂ ਮਿੱਠੀਆਂ ਗੱਲਾਂ ਕਰਦੇ। ਕਹਿੰਦੇ ਪੁੱਤ ਤੂੰ ਆਉਂਦਾ ਕਿਉਂ ਨਹੀਂ? ਕਹਿੰਦੇ ਮਾਂ ਕੀ ਕਰੀਏ, ਸਮਾਂ ਹੀ ਨਹੀਂ ਲੱਗਦਾ। ਰੱਬ ਨੇ ਇਹੋ ਜਿਹੀਆਂ ਸੇਵਾਵਾਂ ਲਾਈਆਂ ਨੇ, ਵਕਤ ਹੀ ਨਹੀਂ ਮਿਲਦਾ ਕਿਤੇ ਰਹਿਣ ਦਾ। ਪਰ ਉਸ ਨਾਨੀ ਮਾਂ ਨੇ ਕੋਈ ਬਹੁਤਾ ਸ਼ਬਦ ਜਾਂ ਮਜ਼ਬੂਰ ਨਹੀਂ ਕੀਤਾ, ਸਮਝਦੇ ਸੀ, ਜਾਣਦੇ ਸੀ। ਕਹਿੰਦੇ ਪੁੱਤ ਬਸ ਤੇਰੀਆਂ ਇਹੀ ਗੱਲਾਂ ਮਨ ਮੋਹ ਲੈਂਦੀਆਂ ਨੇ। ਆਖੋ ਸਤਿਨਾਮ। ਪਿਆਰ ਦੇ ਵਚਨ ਹੋਏ। ਪਿਤਾ ਜੀ ਨੇ ਰੌਲਾ ਪਾਤਾ, ਕਹਿੰਦੇ ਸਵੇਰੇ ਸਵੇਰੇ ਆਪਾਂ ਜਲਦੀ ਜਾਣਾ ਹੈ। ਜਾਣਾ ਕਿੱਥੇ ਹੈ ਜੀ? ਪੱਖੋਂ ਕਿਰਨਾਵੇ। ਅੱਜ ਕੱਲ ਸ਼ਹਿਰ ਬਟਾਲਾ। ਕਹਿੰਦੇ ਆਪਾਂ ਸਾਰਿਆਂ ਨੇ ਜਾਣਾ ਹੈ, ਆਪੋ ਆਪਣਾ ਸਮਾਨ ਵੇਖ ਲਓ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਲਿਆ ਮਿਲ ਲਏ ਆਪਾਂ ਸਾਰਿਆਂ ਨੂੰ, ਆਪਾਂ ਚੱਲੀਏ ਮੋਦੀ ਖਾਨੇ। ਆਖੋ ਸਤਿਨਾਮ। ਸਾਡਾ ਤੇ ਕਾਰਜ ਉੱਥੇ ਆ, ਤੇਰਾ ਤੇਰਾ ਤੋਲਣਾ, ਦੁਨੀਆ ਦਾ ਭਲਾ ਕਰਨਾ। ਇਹਨਾਂ ਵਿਆਹਾਂ ਦੀਆਂ ਖੁਸ਼ੀਆਂ ਵਿੱਚ ਵੀ ਮੇਰੇ ਪਾਤਸ਼ਾਹ ਨੂੰ ਕੋਈ ਖੁਸ਼ੀ ਨਹੀਂ, ਕੋਈ ਫਰਕ ਨਹੀਂ, ਕਿਉਂਕਿ ਉਹ ਖੁਸ਼ੀ ਅਤੇ ਗਮੀ ਦੇ ਤਲ ਤੇ ਨਹੀਂ ਜਿਉਂਦੇ, ਉਹ ਆਨੰਦ ਨੇ। ਜੇ ਭੁੱਖੇ ਵੀ ਬੈਠੇ ਤਾਂ ਵੀ ਆਨੰਦ ਹੈ, ਜੇ ਪਿਆਸੇ ਨੇ ਤਾਂ ਵੀ ਆਨੰਦ ਹੈ, ਤਨ ਤੇ ਰੋਗ ਆਇਆ ਤਾਂ ਵੀ ਆਨੰਦ ਹੈ, ਕੋਈ ਖੁਸ਼ੀ ਆ ਗਈ ਤਾਂ ਵੀ ਆਨੰਦ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਸਤਿਗੁਰੂ ਪਿਆਰਾ ਹੈ, ਉਹ ਆਨੰਦ ਹੈ ਜੋ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ। ਨਾਨੀ ਭਰਾਈ ਜੀ ਆਪਣੇ ਦੋਤੇ ਨੂੰ ਮਿਲ ਕੇ ਇੰਨੇ ਖੁਸ਼ ਹੋਏ, ਕਹਿੰਦੇ ਰੱਬਾ ਕੰਧ ਦਾ ਭਾਵੇਂ ਅੱਜ ਲੈ ਜਾ। ਆਖੋ ਸਤਿਨਾਮ। ਬਸ ਮੈਂ ਆਪਣੇ ਇਸ ਪਿਆਰੇ ਪੁੱਤਰ ਦਾ ਮੁਖ ਵੇਖਣਾ ਸੀ। ਗੁਰੂ ਸਾਹਿਬ ਬੈਠੇ, ਜੈ ਰਾਮ ਜੀ ਦੇ ਕੋਲ ਬਹਿ ਕੇ ਪਿਤਾ ਜੀ ਗੱਲਾਂ ਕਰਦੇ ਆ। ਕਹਿੰਦੇ ਪੂਜੀ ਬਾਬਾ ਸਾਹਮਣੇ ਹੋਣੀ। ਉਹਨਾਂ ਵੇਖਿਆ ਵੀ ਕੰਮ ਤੇ ਫੇਰ ਉਹੀ ਸ਼ੁਰੂ ਹੋ ਗਿਆ। ਵੀ ਸਮਝਾ ਕੇ ਗਏ ਸੀ ਵੀ ਰਿਸ਼ਤੇਦਾਰੋ, ਪੁੱਤ ਮੇਰਾ ਕਮਾਉਂਦਾ ਤੇ ਬਹੁਤ ਹੈ, ਜਿੰਨੇ ਪੈਸੇ ਇਕੱਠੇ ਕੀਤੇ ਆ। ਤੇ ਜੈ ਰਾਮ ਜੀ ਨੇ ਹੱਸ ਕੇ ਕਹਿਤਾ, ਕਹਿੰਦੇ ਬੜੀ ਮਾਇਆ। ਕਿਉਂ? ਪਤਾ ਸੀ ਵੀ ਜੇ ਹੁਣ ਕਹਿਤਾ ਨਾ ਵੀ ਮਾਇਆ ਨਹੀਂ ਸੰਭਾਲੀ, ਇਸ ਸ਼ਗਨ ਦੇ ਵਿੱਚ ਕਲੇਸ਼ ਪਹਿਲਾਂ ਪੈ ਜਾਊਗਾ। ਆਖੋ ਸਤਿਨਾਮ। ਸਿਆਣੇ ਉਹ ਹੁੰਦੇ ਜੋ ਵਕਤ ਨੂੰ ਵਿਚਾਰਦੇ, ਉਹਨਾਂ ਵਕਤ ਵਿਚਾਰਿਆ, ਗੱਲਾਂ ਚ ਉਲਝਾਇਆ। ਕਹਿੰਦੇ ਇਹ ਗੱਲਾਂ ਬਾਅਦ ਚੋਂ ਕਰਾਂਗੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਖਾਨੇ ਆ ਗਏ, ਪਰਿਵਾਰ ਘਰੇ ਹੈ, ਸਵੇਰ ਦੀਆਂ ਤਿਆਰੀਆਂ। ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਇਹਨਾਂ ਸਾਰੇ ਪ੍ਰਸੰਗਾਂ ਨੂੰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।